मैं बंदा बै खरीद सच साहिब मेरा, जियो पिंड सब तिसदा, सब किश है तेरा। मान निमाणे तू तणी, तेरा परवासा, बिन साचे अनटेक है, सो जानो कचा। तेरा हुक्म अपार है, कोई अंत न पाए, जिस गुर पूरा पेट सी, सो चले रजाए। परम सत्कारयोग गुरु स्वरूप गुरु साध संगत जीओ, वाहिगुरु जी का खालसा वाहिगुरु जी की फतेह। अंग 397। धन धन गुरु अर्जन देव महाराज सच्चे पातशाह रहमतां दी वर्खा करते हैं। आओ अकाल पुरख वाहिगुरु का शुकराना करते हुए सतगुर की बाणी दे विचों कुछ ज्ञान हासिल करिए। आसा महला पंजवा, जिन न बिसरै नाम सेक नेहिया, भेद न जानो मूल साईं जेहिया। सतगुर सच्चे पातशाह जी उन्हां दी सिफत सलाह करते हैं जिहड़े परमेश्वर दे विच अभेद हो चुके हैं, जिन्हां ने उस दे हुक्म दे विच रह के नाम जप जप के सेवा कर करके अपने आप नूं सारिਆਂ ਦੀ खाक बना के ਉਹਦੇ ਵਿੱਚ अभेदता प्राप्त कर ली। कहते हे संसार दे जीवो, की ਤੁਹਾਨੂੰ पता जिन्हां नूं परमेश्वर ਦਾ नाम नहीं भुलदा ਉਹ किस रूप ਦੇ ਵਿੱਚ ਹਨ, ਉਹ किस तरह ਦੇ ਹਨ। ਤਾਂ ਕਹਿੰਦੇ ਹੁਣ ਸੁਣਿਓ, ਫਿਰ ਮੈਂ ਦੱਸਦੇ ਹਾਂ, ਅਸੀਂ ਤੁਹਾਨੂੰ ਦੱਸਦੇ ਹਾਂ। ਸਤਿਗੁਰ ਕਹਿੰਦੇ ਨੇ ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਕਹਿੰਦੇ ਉਹਨਾਂ ਦਾ ਭੇਦ ਨਹੀਂ ਪਾਇਆ ਜਾ ਸਕਦਾ, ਉਹ ਤਾਂ ਸਾਈਂ ਵਰਗੇ ਹੀ ਹੁੰਦੇ ਨੇ, ਸਾਈਂ ਤੋਂ ਵੱਖਰੇ ਨਹੀਂ ਹੁੰਦੇ। मन तन होए निहाल, तुम संग भेटिया, सुख पाया जन प्रसाद, दुख सब मेटिया। हिंदू रूप दे विच ही अरदासां करदे ने, हे परमेश्वर अकाल पुरख वाहिगुरू जी, तेरे मिलन दे सार ही साडा मन ते तन सुखी हो गया, निहाल हो गया। सुख पाया जन प्रसाद, दुख सब मेटिया। कहते तेरी कृपा दे नाल सतगुर जी असी ਉਹ ਨਾਮ ਦੀ ਰਹਿਮਤ ਦਾ ਸਦਕਾ, ਤੇਰੀ ਸੇਵਾ ਦਾ ਸਦਕਾ ਸਤਗੁਰ ਸਾਨੂੰ ਹੁਣ ਹਰ ਵੇਲੇ ਸੁਖੀ ਸੁਖ ਪ੍ਰਾਪਤ ਹੁੰਦਾ ਹੈ। ਤੇਰੀ ਕਿਰਪਾ ਦੇ ਨਾਲ, ਤੇਰੀ ਪ੍ਰਸਾਦ, ਤੇਰੇ ਗਿਆਨ ਦੇ ਰਾਹੀਂ ਅਸੀਂ ਹੁਣ ਸੁਖ ਪਾ ਲਿਆ ਹੈ। ਦੁੱਖ ਸਭ ਮਿਟਿਆ, ਸਾਰੇ ਦੁੱਖਾਂ ਦਾ ਨਾਸ਼ ਕਰ ਦਿੱਤਾ। ਰਹਾਓ जेते खंड ब्रह्मांड, उधारे किन सेखे, जिन मन बुठा आप पूरे भगत से। जिन्ने भी खंड ब्रह्मांड ने, 9 खंड धरमी धरती और उपरले ਜਿਹੜੇ ब्रह्मांड ने, ਇਹ ਜਿਹੜੇ सतगुर परमेश्वर ਦੇ ਨਾਲ ਭਾਈ ਅਭੇਦ ਹੋ ਜਾਂਦੇ ਨੇ, ਉਹਨਾਂ ਦੇ ਵਿੱਚ सतगुर ਜੀ ਇੰਨਾ ਬਲ ਬਖਸ਼ਿਸ਼ ਕਰ ਦਿੰਦੇ ਨੇ, अपना सब कुछ ही दे देंदे ने, उस सारियां ताकतां उस नूं दे दिंदियां ने। वो कहंदे ना वो तां खंडां ब्रह्मंडां नूं भी तार दिंदे ने। उधारे दा मतलब हुंदा उन्हां नूं भी तार दिंदे ने, किरपा कर दिंदे ने। कहंदे फिर जिन्हां मन वठा आप पूरे भगत, जिन्हां दे मन दे विच आप परमेश्वर जान के टुट के आप सतगुर सच्चे पातशाह जी आण के वस गए पाई, ਉਹ ਪੂਰੇ ਭਗਤ ਹਨ ਸੰਸਾਰ ਦੇ ਉੱਤੇ। ਜਿਸਨੂੰ ਮੰਨੇ ਆਪ ਸੋਈ ਮਾਨੀਐ, ਪ੍ਰਗਟ ਪੁਰਖ ਪਰਵਾਨ ਸਭ ਠਾਈ ਜਾਨੀਐ। ਜਿਸਨੂੰ ਮੰਨੇ ਆਪ ਸੋਈ ਮਾਨੀਐ, ਪਰਮੇਸ਼ਰ ਭਾਈ ਐਸਾ ਦਿਆਲੂ ਕਿਰਪਾਲੂ ਹੈ ਜਿਹੜਾ ਜੀਵ ਪਰਮੇਸ਼ਰ ਦੇ ਹੁਕਮ ਅਨੁਸਾਰ ਭਾਣੇ ਦੇ ਵਿੱਚ ਆਣ ਕੇ ਨਾਮ ਜਪਦਾ, ਮੈਂ ਮੇਰੀ ਖਤਮ ਕਰ ਦਿੰਦਾ, ਹੰਗਤਾ ਮੰਗਤਾ ਨੂੰ ਦੂਰ ਕਰ ਦਿੰਦਾ, परमेश्वर दे हर बचन नूं सत सत करके मनदा। कहंदे उन्हां नूं ही, उन्हां दी ही गल परमेश्वर मनदा है। जिहड़े परमेश्वर दी मनदे हन, परमेश्वर उन्हां दी ही मनदा है।
ਪ੍ਰਗਟ ਪੁਰਖ ਪ੍ਰਵਾਨ ਸਭ ਠਾਈ ਜਾਣੀਏ। ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਇਸ ਤਰ੍ਹਾਂ ਦੇ ਗੁਰਮੁਖ ਪਿਆਰੇ ਸੰਤ ਜਨ ਨੇ ਹਰ ਜਗ੍ਹਾ ਦੇ ਉੱਤੇ ਹਰ ਵਸਤੂ ਦੇ ਵਿੱਚ ਦੇਖਦੇ ਹਨ। ਦਿਨ ਸਰੈਣ ਆਰਾਧ ਸਮਾਲੇ ਸਾਸਾ, ਨਾਨਕ ਕੀ ਲੋਚਾ ਪੂਰ ਸੱਚੇ ਪਾਤਸ਼ਾਹ। ਇਹ ਤੂੰ ਇਸ ਸੰਸਾਰ ਦੇ ਜੀਵ, ਤੂੰ ਹੀ ਦਿਨ ਰਾਤ ਉਸ ਦੀ ਆਰਾਧਨਾ ਕਰ। ਆਰਾਧਨਾ ਦਾ ਮਤਲਬ ਉਸ ਦਾ ਜਪ ਕਰ, ਉਸ ਦੀ ਵਡਿਆਈ ਕਰ, ਉਸ ਦੀ ਉਸਤਤ ਕਰ, ਉਸ ਦੇ ਭਾਣੇ ਦੇ ਵਿੱਚ ਆ ਜਾ, ਉਸ ਦੀ ਸੇਵਾ ਕਰ, ਸਵਾਸ ਸਵਾਸ ਨੂੰ ਸੰਭਾਲਣਾ ਕਰ। ਕਹਿੰਦੇ ਸਵਾਸ ਸਵਾਸ ਹੀ ਉਸ ਪਰਮੇਸ਼ਰ ਦੀ ਉਸਤਤ ਵਡਿਆਈ ਕਰ ਜਿਸ ਨੇ ਤੈਨੂੰ ਸਭ ਕੁਝ ਦਿੱਤਾ ਹੋਇਆ ਹੈ। ਨਾਨਕ ਕੀ ਲੋਚਾ ਪੂਰ ਸੱਚੇ ਪਾਤਸ਼ਾਹ, ਜਿਹੜੇ ਇਸ ਤਰ੍ਹਾਂ ਭਾਈ ਕਰਦੇ ਨੇ ਪਰਮੇਸ਼ਰ ਉਹਨਾਂ ਦੀਆਂ ਸਾਰੀਆਂ ਇੱਛਾ ਪੂਰੀਆਂ ਕਰ ਦਿੰਦੇ ਹਨ। ਆਸਾ ਮਹਿਲਾ ਪੰਜਵਾਂ, ਪੂਰ ਰਿਹਾ ਸਰਬ ਠਾਏ, ਹਮਾਰਾ ਖਸਮ ਸੋਏ, ਇੱਕ ਸਾਹਿਬ ਸਿਰ ਛਤ ਦੂਜਾ ਨਾਹੀ ਕੋਏ। ਉਸ ਜੀਵ ਸਤਿਗੁਰ ਸੱਚੇ ਪਾਤਸ਼ਾਹ ਦੇ ਕੋਲ ਆਏ, ਉਹਨਾਂ ਨੇ ਆਣ ਕੇ ਬੇਨਤੀ ਕੀਤੀ, ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਸੰਸਾਰ ਦੇ ਉੱਤੇ ਬੜੀਆਂ ਸ਼੍ਰੇਣੀਆਂ ਨੇ, ਵਰੇ ਵਰਣ ਬੜੇ ਹੀ ਵਰਣ ਨੇ, ਵੱਖਰੇ ਵੱਖਰੇ ਰੂਪ ਦੇ ਵਿੱਚ ਉਸਤਤ ਵਡਿਆਈ ਕੀਤੀ ਜਾ ਰਹੀ ਹੈ, ਪਰ ਇੱਕ ਦੇ ਨਾਲ ਨਹੀਂ ਉਹ ਜੁੜੇ ਹੁੰਦੇ। ਕੋਈ 33 ਕਰੋੜ ਦੇਵਤੇ ਨੂੰ ਜਪਣ ਡਿਆ, ਕੋਈ ਅੱਗ ਦੀ ਸੇਵਾ ਕਰਨ ਡਿਆ, ਕੋਈ ਹੋਰ ਕਿਸੇ ਰੂਪ ਦੇ ਵਿੱਚ ਜਪ ਤਪ ਜਲ ਧਾਰੇ ਕਰੀ ਜਾਂਦਾ। ਪਰਮੇਸ਼ਰ ਜੀ ਸਾਡੇ ਉੱਤੇ ਦਇਆ ਕਰੋ, ਸਾਨੂੰ ਜਿਹਦਾ ਤੁਸੀਂ ਗਿਆਨ ਦੇ ਰਹੋ ਇੱਕ ਦਾ, ਉਹਦੀ ਉਸਤਤ ਵਡਿਆਈ ਕਰਨ ਦਾ ਸਤਿਗੁਰ ਜੀ ਅੰਦਾਜ਼ ਸਿਖਾਵੋ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਦੇਖੋ ਭਾਈ, ਪੂਰਨ ਰਿਹਾ ਸਰਬ ਠਾਇ, ਜਿਹੜਾ ਹਰ ਇੱਕ ਜਗ੍ਹਾ ਦੇ ਉੱਤੇ ਪੂਰਨ ਰੂਪ ਦੇ ਵਿੱਚ ਹੈ, ਉਹੀ ਸਾਡਾ ਮਾਲਕ ਹੈ। ਖਸਮ ਦਾ ਮਤਲਬ ਦਾ ਮਾਲਕ, ਸਿਰ ਦਾ ਸਾਈਂ, ਉਹੀ ਸਾਡਾ ਮਾਲਕ ਹੈ, ਉਹੀ ਆਪਣੇ ਸਾਰਿਆਂ ਦਾ ਮਾਲਕ ਹੈ। ਇੱਕ ਸਾਹਿਬ ਸਿਰ ਛਤ ਦੂਜਾ ਨਾਹੀ ਕੋਏ, ਜਿਹੜੇ ਛਤ ਦਾ ਮਤਲਬ ਹੁੰਦਾ ਛਤਰ, ਇਸ ਸੰਸਾਰ ਦੇ ਉੱਤੇ ਉਸ ਇੱਕ ਦੇ ਉੱਤੇ ਹੀ ਛਤਰ ਹੈ ਭਾਈ, ਉਹ ਤੋਂ ਬਗੈਰ ਹੋਰ ਦੂਜਾ ਕੋਈ ਨਹੀਂ ਹੈ। ਜਿਉ ਪਾਵੇ ਤਿਉ ਰਾਖ ਰਾਖਣ ਹਾਰਿਆ, ਤੁਝ ਬਿਨ ਅਵਰ ਨ ਕੋਏ ਨਦਰ ਨਿਹਾਰਿਆ। ਜਿੱਦਾਂ ਪਰਮੇਸ਼ਰ ਜੀ ਆਪ ਜੀ ਨੂੰ ਪਾਉਂਦਾ ਹੈ ਉਸੇ ਤਰ੍ਹਾਂ ਹੀ ਰੱਖ ਲੈ ਸਾਨੂੰ, ਇਹ ਅਰਦਾਸ ਹੈ। ਪਰਮੇਸ਼ਰ ਦੇ ਚਰਨਾਂ ਦੇ ਵਿੱਚ ਜਿਹੜੇ ਪਰਮੇਸ਼ਰ ਦੇ ਜਨ ਬਣ ਜਾਂਦੇ ਨੇ, ਫਿਰ ਇਹ ਇਸੇ ਤਰ੍ਹਾਂ ਹੀ ਕਹਿੰਦੇ ਨੇ ਭਾਈ ਪਰਮੇਸ਼ਰ ਜੀ ਜਿੱਦਾਂ ਆਪ ਨੂੰ ਚੰਗਾ ਲੱਗਦਾ ਉਦਾਂ ਹੀ ਤੁਸੀਂ ਕਰ ਰਹੇ ਹੋ। ਕਿਸੇ ਦਾ ਕੋਈ ਪਰਮੇਸ਼ਰ ਮਾੜਾ ਕਰਦਾ ਹੀ ਨਹੀਂ ਹੈ, ਸਾਰੇ ਦਾ ਮਾਈ ਬਾਪ ਆਪ ਹਨ। ਕਹਿੰਦੇ ਫਿਰ ਉਹ ਜੀ ਵੀ ਇਹੀ ਇਸ ਤਰ੍ਹਾਂ ਹੀ ਕਹਿੰਦਾ ਕਿ ਜਿੱਦਾਂ ਆਪ ਜੀ ਨੂੰ ਪਾਉਂਦਾ ਉਹ ਰੱਖਣ ਹਾਰਿਆ ਪਰਮੇਸ਼ਰ ਜੀ, ਉਸੇ ਤਰ੍ਹਾਂ ਮੈਨੂੰ ਰੱਖ ਲੈ। ਤੁਝ ਬਿਨ ਅਵਰ ਨ ਕੋਏ ਨਦਰ ਨਿਹਾਰਿਆ, ਮੈਂ ਸਾਰੇ ਪਾਸੇ ਮੈਂ ਚਾਰੇ ਕੁੰਡਾਂ ਢੂੰਡੀਆਂ, ਨਹੀਂ ਤੁਧ ਜੇਵੜ ਸਾਈਆਂ, ਕਹਿੰਦੇ ਤੇਰੇ ਵਰਗਾ ਹੋਰ ਦੂਜਾ ਕੋਈ ਨਹੀਂ, ਮੈਂ ਹਰ ਪਾਸੇ ਨਿਗਾਹ ਮਾਰ ਕੇ ਦੇਖ ਲਿਆ। ਰਹਾਓ ਪ੍ਰਿਤ ਪਾਲੇ ਪ੍ਰਭ ਆਪ, ਕਟ ਕਟ ਸਾਰੀਐ, ਜਿਸ ਮਨ ਉਠਾ ਆਪ ਤਿਸ ਨਾ ਵਿਸਾਰੀਐ। ਸਲਾਮ ਲਾ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਦੇਖੋ ਭਾਈ, ਤੁਸੀਂ ਉਸ ਪਰਮੇਸ਼ਰ ਨੂੰ ਜੀਵ ਕਹਿੰਦੇ ਨੇ ਵੀ ਪ੍ਰਿਤ ਪਾਲੇ ਪ੍ਰਭ ਆਪ ਘਟ ਘਟ ਸਾਰੇ ਘਟਾਂ ਦੇ ਵਿੱਚ ਵਸ ਕੇ ਇਸ ਸੰਸਾਰ ਦੇ ਜੀਵਾਂ ਨੂੰ ਸਤਿਗੁਰ ਜੀ ਤਿੰਨਾਂ ਭਵਨਾਂ ਦੇ ਵਿੱਚ ਹੀ ਸਾਰਿਆਂ ਦੇ ਅੰਦਰ ਵਸ ਕੇ ਉਹਨਾਂ ਦੀ ਪ੍ਰਤਿਪਾਲਨਾ ਕਰਨ ਵਾਲੇ ਤੁਸੀਂ, ਸੰਭਾਲ ਕਰਨ ਵਾਲੇ ਤੁਸੀਂ ਆਪ ਹੀ ਹੋ। ਜਿਸ ਮਨ ਉਠਾ ਆਪ ਤਿਸ ਨਾ ਵਿਸਾਰੀਏ, ਜਿਸ ਦੇ ਮਨ ਦੇ ਵਿੱਚ ਆਣ ਕੇ ਤੂੰ ਪਰਮੇਸ਼ਰ ਵਸ ਜਾਂਦਾ, ਕਹਿੰਦੇ ਵੀ ਉਹ ਕਦੀ ਵੀ ਆਪ ਨੂੰ ਭੁੱਲਣਾ ਨਹੀਂ ਕਰਦਾ। ਜੋ ਕਿਛ ਕਰੇ ਸੋ ਆਪ ਆਪਣ ਪਾਣਿਆ, ਭਗਤਾਂ ਕਾ ਸਹਾਈ ਜੁਗ ਜੁਗ ਜਾਣਿਆ। ਸਤਿਗੁਰ ਸੱਚੇ ਪਾਤਸ਼ਾਹ ਜੀ ਜੋ ਸੰਸਾਰ ਦੇ ਉੱਤੇ ਭਾਈ ਪਰਮੇਸ਼ਰ ਜੀ ਕਰਦੇ ਨੇ, ਉਹ ਭਲੇ ਵਾਸਤੇ ਹੀ ਕਰਦੇ ਨੇ, ਉਹਦੇ ਹੁਕਮ ਦੇ ਵਿੱਚ ਹੀ ਹਰ ਚੀਜ਼ ਇੱਥੇ ਸੰਸਾਰ ਦੇ ਉੱਤੇ ਹੋ ਰਹੀ ਹੈ। ਭਗਤਾਂ ਦਾ ਸਹਾਈ ਜੁਗ ਜੁਗ ਜਾਣਿਆ, ਇਹ ਗੱਲ ਸਾਰਿਆਂ ਨੂੰ ਪਤਾ ਹੈ ਦੂਜੀ ਦਾ ਉੱਤਾ ਕਿ ਸਾਰੇ ਸੰਸਾਰ ਦੇ ਉੱਤੇ ਚੌਹਾਂ ਯੁਗਾਂ ਦੇ ਵਿੱਚ ਭਗਤਾਂ ਦੀ ਆਪੇ ਹਰ ਜੁਗ ਜੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਉਹ ਸਾਰੇ ਭਗਤਾਂ ਦੀ ਪੈਜ ਰੱਖਣ ਵਾਲਾ ਵੀ ਆਪ ਹੈ। ਕਹਿੰਦੇ ਜੁਗਾ ਜਗੰਤਰਾਂ ਦੇ ਵਿੱਚ ਤੁਸੀਂ ਹੀ ਭਗਤਾਂ ਦੇ ਸਹਾਈ ਹੋਏ ਸਾਂ, ਤੁਸੀਂ ਹੀ ਭਗਤਾਂ ਦੇ ਸਹਾਈ ਹੋ ਰਹੇ ਹੋ, ਤੁਸੀਂ ਹੀ ਭਗਤਾਂ ਦੇ ਸਹਾਈ ਹੋਵੋਗੇ। ਜਪ ਜਪ ਹਰ ਕਾ ਨਾਮ ਕਦੇ ਨਾ ਚੂਰੀਐ, ਨਾਨਕ ਦਰਸ ਪਿਆਸ ਲੋਚਾ ਪੂਰੀ ਹੈ। ਇਸ ਕਰਕੇ ਇਹ ਸੰਸਾਰ ਦੇ ਗੁਰਮੁਖ ਪਿਆਰਿਓ ਕਹਿੰਦੇ ਉਸ ਦਾ ਨਾਮ ਜਪ ਜਪ ਕੇ ਕਦੀ ਵੀ ਝੂਰਨਾ ਨਹੀਂ ਚਾਹੀਦਾ, ਕਦੀ ਵੀ ਝੂਰਨਾ ਨਹੀਂ ਚਾਹੀਦਾ। ਮੈਨੂੰ ਪ੍ਰਾਪਤੀ ਕੋਈ ਨਹੀਂ ਹੋਈ। ਦੇਖੋ ਨਾਨਕ ਦਰਸ ਪਿਆਸ ਲੋਚਾ ਪੂਰੀ ਹੈ,
मैं इसे तरह ही करी अरदासां करी चलो भी हे अकाल पुरख वाहिगुरू जी, मैनू हर वेले आप जी दे दर्शनां दी प्यास लगी रहिंदी है, आप जी दी ही दर्शनां दी प्यास रहिंदी है, यही मेरी इच्छा है, ये पूरी कर देवो। क्योंकि मैं तां बेनती कीती है कि जप जप हर का नाम कदे ना झूरीए, कदी भी झूरना नहीं चाहिए भी भाई 10 साल हो गए, 5 साल हो गए, 6 साल हो गए, 20 साल हो गए, नाम जपदे नूं प्राप्ति कोई नहीं हुई। एक बार धन गुरु हर राय महाराज सच्चे पातशाह के चरणों के संगत भाई कीरतपुर साहब गई। उत्थे जदों गए ना जाके तो उन्होंने सेवादारों तो पूछा भी असीं सतगुर सच्चे पातशाह के दर्शन करने ने। वो आखण लगे भाई सतगुर तो आराम कर रहे हैं इस वेले, थोड़ा चिर इंतजार कर लो, सतगुर सच्चे पातशाह जी आण के आप जी दे नाल बचन विलास करनगे ते आपने दर्शन देणगे। समा बीतण लगा, वो जिहड़े थले प्राणी गए हुए सन भाई वो ना की करन लग पे, वो महाराज सच्चे पातशाह की बाणी के गीत गाउण लग पे, बाणी पढ़न लग पे, उस तो वडियाई करन लग पे परमेश्वर की। जान गुरु हर राय महाराज सच्चे पातशाह जी ने वो शब्दां नूं सुणिया, एकदम काली करके उठे ते गोडा भी उन्होंने मंजे दे विच वज्जा। इत्थे तक तुसीं सारिआं ने बहुत वारी ये बचन सुनिया है, पर सतगुर सच्चे पातशाह जी उठ के जिस वेले थले आए उन्हां दे नाल बचन विलास कीते ते सतगुर सच्चे पातशाह आखण लगे भाई कोई बचन होर करन वाला ते नहीं रहिंदा। ते कुछ गुरमुखां ने आख्या सतगुर सच्चे पातशाह जी जिहड़ी आप जी दी अगाध बोध बाणी है, तुरकी बाणी है, गुरु स्वरूप निरंकार स्वरूप बाणी है सतगुर सच्चे पातशाह जी, जिद्दां जिद्दां असीं पढ़दे हां, जिद्दां जिद्दां सुणदे हां, जिद्दां जिद्दां इहदे दस्से होए ज्ञान दे उत्ते चलदे हां, कई बार इस तरह अनुभव हुंदा कि प्राप्ति कोई नहीं हुई, पे अजे भी कुछ प्राप्ति नहीं हुई। सतगुर सच्चे पातशाह जी सानू इसदा जरूर ज्ञान दे देवो भी इस दे नाल सानू की प्राप्त हुंदा ते की हो रहा ते की होवेगा। सतगुर आखण लगे ठीक है। ते जिस वे भाई इन्हां बचन उन्होंने कहा, सतगुर सच्चे पातशाह ने जवाब कोई ना दिता। तो सगा उठ के संगत दे विचों सतगुर सच्चे पातशाह जी अपने स्थान ते चल गए ते जांदे जांदे सेवादारां नूं कहंदे इन्हां नूं जाण ना दिओ, रात नूं पूरी इन्हां दी सेवा संभाल करनी है ते रात इत्थे रखना इन्हां नूं, सवेरे आपां इन्हां नूं जो बचन इन्हां ने कीता है ਉਹਦਾ ਜ਼ਰੂਰ ਇਹਨਾਂ ਨੂੰ ਗਿਆਨ ਦਵਾਂਗੇ। ਉਹ ਸੇਵਾਦਾਰਾਂ ਨੇ ਭਾਈ ਉਹਨਾਂ ਜਿਹੜੇ ਆਏ ਹੋਏ ਗੁਰਮੁਖ ਸਨ ਉਹਨਾਂ ਦੀ ਟਹਿਲ ਪਾਣੀ ਦੀ ਸੇਵਾ ਕੀਤੀ, ਮੰਜਾ ਬਿਸਤਰਾ ਸੋਹਣਾ ਸਜਾਇਆ। ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਹ ਉੱਥੇ ਆਰਾਮ ਦੇ ਵਿੱਚ ਰਹੇ, ਪਰ ਮਨ ਦੇ ਵਿੱਚ ਉਹਨਾਂ ਦੇ ਇੱਕ ਖਿਆਲ ਬਣਿਆ ਰਿਹਾ ਵੀ ਸਤਿਗੁਰਾਂ ਨੇ ਜਵਾਬ ਨਹੀਂ ਦਿੱਤਾ ਜਿਹੜਾ ਸਵਾਲ ਕੀਤਾ ਸੀ। ਤੇ ਜਦੋਂ ਸਵੇਰ ਹੋਈ ਸਤਿਗੁਰ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਭਾਈ आओ उठो, सारे उठ के जो तैयार बार हो गए सतगुर आखण लगे आओ सैर ते चलीए। हुण तुसीं जे कदी कीरतपुर साहब गए होवो जिथे शीश महल है, ये पतालपुरी की गल नहीं है जिथे आपां अस्त पाउंदे उधर नहीं, इत्थों तकरीबन 5 मील दूर ते उत्ते है। ये स्थान है जिथे सतगुर सच्चे पातशाह का प्रकाश होया। इसे स्थान के उत्ते गुरु हरकृष्ण महाराज सच्चे पातशाह जी का भी प्रकाश इत्थे ही होया। ये जिहड़ा भाई ये शहर दे विच कीरतपुर साहब दे विच ये स्थान है। हुण असीं थोड़ा चिर होया जाके आया मैं उत्थे, तां की उत्थे देखिया कि आले दुआले अजे भी थोड़ा बहुत जंगल बियाबान है। सतगुर सच्चे पातशाह जी संगत नूं लैके सैर दे उत्ते निकल गया। की देखदे ने कि मोहरे कोई वस्तु है जिहड़ी बहुत चमक रही है, बहुत चमकदी है। हुण सारे ख्याल करन लग पे भी ये जिद्दन सतगुर लैके आए ने ये कोई हीरा पिया होना जिहड़ा इंडी चमक मार रहा है। तुरते गए जदों लागे गए सतगुर सच्चे पातशाह जी आखण लगे भाई वो जिहड़ी वस्तु चमक मार रही आ, सेवादारां नूं आखण लगे चक के लियाओ। वो चक के लियाए तां की सी, वो जिहड़ा घड़ा हुंदा ना, घड़े दी एक ठीकरी सी। सतगुर सच्चे पातशाह ने वो ठीकरी चक्की, देख के उन्हां नूं कहंदे भाई आ ठीकरी देखो किन्नी इहदी चमक सी, हीरे दी भी इन्नी चमक नहीं सी, पर जिन्नी इहदी चमक सी तुहानूं पता क्यों? आखण लगे नहीं सतगुर जी, आखण लगे ये घड़े दे विच सदा जिहड़ा घड़े दा मालक सी ओह घिओ पाया करा करदा सी, ओह घिओ हुण घड़े दे विच ही जाके रच गया ते इन्नी रोशनाई वाला ओह बन गया। तां आखण लगे तुहाडे सवाल दा रात दा जवाब मिल गया। ओह आखण लगे हाँ सतगुर सच्चे पातशाह जी, भाई ये जिहड़ी बाणी है कदी भी मन दे विच ख्याल ना करो, चिंता ना कदा करियो भी बाणी पढ़दे तो सेवा करदे तो प्राप्ति कुछ नहीं, प्राप्ति हो रही है। सिर्फ अपने मन कदी यारी डोल जांदा पर कदी डोलण नहीं देना। चलो आसा महला पंजवा, क्या सोवे नाम विसार गाफल गैलिया,
कितीत दरियाए वंजन वहंदिया। ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਹੜੇ ਪਰਮੇਸ਼ਰ ਨਾਲੋਂ ਟੁੱਟੇ ਹੋਏ ਹਨ, ਉਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਬਚਨ ਕਹਿ ਕੇ ਸਮਝਾਉਂਦੇ ਹਨ। ਕਹਿੰਦੇ ਕਿਆ ਸੋਵੈ ਨਾਮ ਵਿਸਾਰ ਗਾਫਲ ਗਹਿਲਿਆ। ਗਾਫਲ ਕਹਿੰਦੇ ਹੁੰਦੇ ਨੇ ਝੱਲੇ ਪੁਰਸ਼ ਨੂੰ, ਗਹਿਲਿਆ ਕਹਿੰਦੇ ਹੁੰਦੇ ਨੇ ਜਿਹੜੇ ਅਵਗਿਆ ਦੀ ਨੀਂਦ ਦੇ ਵਿੱਚ, ਅਵਗਿਆ ਦੀ ਨੀਂਦ ਦੇ ਵਿੱਚ, ਹਨੇਰੇ ਦੇ ਵਿੱਚ ਸੁੱਤਾ ਹੋਵੇ। ਜਾਣੀ ਕਿ ਮੋਹ ਮਾਇਆ ਦੇ ਜਾਲ ਦੇ ਵਿੱਚ ਫਸ ਕੇ ਜਿਹੜਾ ਪਰਮੇਸ਼ਰ ਨੂੰ ਭੁੱਲ ਕੇ ਬਸ ਸੁੱਤਾ ਪਿਆ ਹੋਵੇ, ਉਸ ਨੂੰ ਸਤਿਗੁਰੂ ਜੀ ਕਹਿੰਦੇ ਨੇ ਵੀ ਤੂੰ ਦੇਖ ਸੁੱਤਾ ਤਾਂ ਬਹੁਤ ਪਿਆ ਹੈ, ਪਰਮੇਸ਼ਰ ਨੂੰ ਭੁੱਲ ਕੇ। ਉਹ ਕਹਿੰਦੇ ਝੱਲਿਆ ਪੁਰਸ਼ਾ, ਤੂੰ ਜਿਸ ਨੇ ਤੈਨੂੰ ਹਰ ਚੀਜ਼ ਦਿੱਤੀ, ਜਿਸ ਨੇ ਤੈਨੂੰ ਸੋਹਣਾ ਜੀਵਨ ਵੀ ਦਿੱਤਾ, ਘਰ-ਬਾਰ ਵੀ ਦਿੱਤਾ, ਤੂੰ ਉਹਨੂੰ ਭੁੱਲ ਕੇ ਬੜਾ ਸੁੱਤਾ ਪਿਆ ਹੋਇਆ ਹੈ। ਦੇਖ ਇਹ ਜਿਹੜਾ ਸੰਸਾਰ ਹੈ ਇਹ ਇੱਕ ਬਹੁਤ ਡੂੰਘਾ ਸਮੁੰਦਰ ਹੈ। ਇਹਦਾ ਵਹਿਣ ਜਿਹੜਾ ਹੈ ਉਹ ਉਸ ਪਾਸੇ ਨੂੰ ਚੱਲਦਾ, ਜਿਸ ਪਾਸੇ ਦੇ ਵਿੱਚ ਜਿਹੜਾ ਜੀਵ ਇਸ ਵਹਿਣ ਦੇ ਵਿੱਚ ਫਸ ਜਾਂਦਾ, ਉਸ ਨੂੰ ਪਰਮੇਸ਼ਰ ਤੋਂ ਦੂਰ ਲੈ ਕੇ ਜਾਂਦਾ, ਕਰਤੇ ਤੋਂ ਦੂਰ ਲੈ ਕੇ ਚੱਲ ਜਾਂਦਾ। ਇਹਦਾ ਵਹਿਣ ਜਿਹੜਾ ਹੈ, ਜਾਣੀ ਕਿ ਜਿੱਦਾਂ ਹੁਣ ਦਰਿਆ ਦਾ ਪਾਣੀ ਚੱਲ ਰਿਹਾ ਹੋਵੇ, ਉਹ ਇਸੇ ਤਰ੍ਹਾਂ ਜਾਂਦਾ ਹੋਵੇ, ਜਿਹੜਾ ਕਿ ਪੱਤਣ ਵੱਲ ਨੂੰ ਨਾ ਲੈ ਕੇ ਜਾਂਦਾ ਹੋਵੇ, ਡੂੰਘੇ ਪਾਸੇ ਨੂੰ ਲੈ ਕੇ ਜਾਂਦਾ ਹੋਵੇ। ਕਹਿੰਦੇ ਇਹ ਤਾਂ ਪਰਮੇਸ਼ਰ ਤੋਂ ਦੂਰ ਲੈ ਕੇ ਜਾਂਦਾ ਹੈ। ਕੀਤੀ ਇਤ ਦਰਿਆਏ ਵੰਜਣ ਵਹਿੰਦਿਆ। ਕਹਿੰਦੇ ਬੜੇ ਦੁਨੀਆ ਦੇ ਉੱਤੇ ਆਏ ਨੇ ਤੇਰੇ ਵਾਂਗੂ ਸੌਂ ਕੇ, ਕਹਿੰਦੇ ਇਹ ਜਨਮ ਤੇ ਮਰਨ ਦੇ ਚੱਕਰ ਦੇ ਵਿੱਚ ਪਏ ਹੋਏ ਨੇ, ਆਈ ਜਾਂਦੇ ਨੇ ਤੇ ਇਹ ਵਹਿ ਚੁੱਕੇ ਨੇ ਇੱਥੋਂ, ਜਾਣੀ ਕਿ ਉਹ ਰੁੜ ਚੁੱਕੇ ਨੇ ਉੱਥੋਂ, ਉਹ ਵਾਰ-ਵਾਰ ਜੰਮਦੇ ਤੇ ਮਰਦੇ ਹੀ ਰਹਿੰਦੇ ਹਨ। ਬੋਹਿਤੜਾ ਹਰ ਚਰਨ ਮਨ ਚੜ ਲੰਗੀਐ, ਆਠ ਪਹਿਰ ਗੁਣ ਗਾਏ ਸਾਧੂ ਸੰਗੀਐ। ਹੁਣ ਨਾਲ ਕਹਿੰਦੇ ਨੇ ਦੇਖੋ ਆਪਣੇ ਮਨ ਨੂੰ ਇਹ ਗੱਲ ਸਮਝਾ ਲਵੋ, ਬੋਹਿਤੜਾ ਪਰਮੇਸ਼ਰ ਦਾ ਜਿਹੜਾ ਨਾਮ ਹੈ, ਪਰਮੇਸ਼ਰ ਦਾ ਨਾਮ ਹੀ ਜਹਾਜ਼ ਹੈ, ਜਿਹਦੇ ਉੱਤੋਂ ਚੜ ਕੇ ਤੁਸੀਂ ਇਸ ਸੰਸਾਰ ਸਮੁੰਦਰ ਤੋਂ ਤਰ ਸਕਦੇ ਹੋ। ਪਰਮੇਸ਼ਰ ਦਾ ਜਹਾਜ਼ ਕਿਹੜੇ ਰੂਪ ਦੇ ਵਿੱਚ? ਜਦੋਂ ਜੀਵ ਪਰਮੇਸ਼ਰ ਦੀ ਉਸਤਤ ਵਡਿਆਈ ਤੇ ਨਾਮ ਦੇ ਨਾਲ ਜੁੜ ਜਾਂਦਾ ਨਾ ਭਾਈ, ਉਸ ਵੇਲੇ ਉਹਦੇ ਅੰਦਰ ਫਿਰ ਸੱਤ ਹੀ ਨਿਕਲਦਾ ਉਹਦੇ ਅੰਦਰੋਂ। ਬਸ ਉਸ ਦੇ ਵਿੱਚੋਂ ਹੋਰ ਸਾਰੇ ਖਿਆਲ ਜਿਹੜੇ ਨੇ ਖਤਮ ਹੋ ਜਾਂਦੇ ਨੇ, ਤ੍ਰਿਸ਼ਨਾ ਖਤਮ ਹੋ ਜਾਂਦੀ ਹੈ। ਫਿਰ ਉਹ ਪਰਮੇਸ਼ਰ ਦੇ ਰਾਹ ਦੇ ਉੱਤੇ ਮਾਰਗ ਉੱਤੇ ਸਹੀ ਸਰੂਪ ਦੇ ਵਿੱਚ ਚੱਲਦਾ ਸਤਿਗੁਰੂ ਉਸ ਨੂੰ ਆਪਣਾ ਅੰਚਲ ਫੜਾ ਕੇ ਉਦੋਂ ਮਾਰਗ ਦੇ ਉੱਤੇ ਸਹਾਇਕ ਬਣ ਜਾਂਦੇ ਹਨ। ਤੇ ਉਹ ਜੀਵ ਫਿਰ ਪਰਮੇਸ਼ਰ ਦੇ ਨਾਮ ਨੂੰ ਜਹਾਜ਼ ਬਣਾ ਕੇ ਭਾਈ ਇਸ ਸੰਸਾਰ ਦੇ ਉੱਤੋਂ ਪਾਰ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਮਨ ਨੂੰ ਸਮਝਾਇਆ ਗਿਆ। ਕਹਿੰਦੇ ਦੇਖ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹੀ ਜਹਾਜ਼ ਹੈ, ਉਹਦੇ ਉੱਤੇ ਚੜ ਕੇ ਤੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਣਾ ਕਰ। ਆਠ ਪਹਿਰ ਗੁਣ ਗਾਏ ਸਾਧੂ ਸੰਗੀਏ। ਅੱਠੇ ਹੀ ਪਹਿਰ ਸਤ ਸੰਗਤ ਦੇ ਵਿੱਚ ਬੈਠ ਕੇ, ਉਹ ਬਖਸ਼ਿਆਂ ਦੀ ਸੰਗਤ ਦੇ ਵਿੱਚ ਬੈਠ ਕੇ ਪਰਮੇਸ਼ਰ ਦੇ ਗੁਣ ਗਾਉਣਾ ਕਰ। ਰਹਾਉ ਭੋਗ ਹੈ ਭੋਗ ਅਨੇਕ, ਵਿਣ ਨਾਵੇਂ ਸੁਝਿਆ, ਹਰ ਕੀ ਭਗਤ ਬਿਨਾ ਮਰ ਰੁੰਨਿਆ। ਇੱਥੇ ਬਚਨ ਆਇਆ ਸੁਝਿਆ। ਸੁਝਿਆ ਦਾ ਮਤਲਬ ਹੁੰਦਾ ਖਾਲੀ। ਜਦੋਂ ਕਈ ਵਾਰ ਕਹਿੰਦੇ ਜਦੋਂ ਘਰ ਦੇ ਵਿੱਚ ਕੋਈ ਵਾਸਾ ਨਾ ਹੋਵੇ ਉਹਨੂੰ ਸੁੰਨਾ ਘਰ ਆਪਾਂ ਕਹਿੰਦੇ ਹੁੰਦੇ ਹਾਂ। ਇੱਥੇ ਜਾ ਕੇ ਜਿੰਨੇ ਮਰਜੀ ਦਰਵਾਜ਼ੇ ਕੋਈ ਫਕੀਰ ਭੰਨ ਲਵੇ ਉਹਨੂੰ ਖੈਰ ਨਹੀਂ ਪੈਂਦੀ ਹੈ। ਇਸੇ ਤਰ੍ਹਾਂ ਪਰਮੇਸ਼ਰ ਜੀ ਕਹਿੰਦੇ ਨੇ ਭੋਗੇ ਭੋਗ ਅਨੇਕਾਂ ਤਰ੍ਹਾਂ ਦੇ ਵਿਸ਼ੇ ਵਿਕਾਰਾਂ ਦੇ ਵਿੱਚ ਤੂੰ ਫਸ ਕੇ ਭੋਗ ਰਿਹਾ, ਬਰੇ ਰਸਿਆ ਕਸਾਂ ਦੇ ਵਿੱਚ ਤੂੰ ਫਸਿਆ ਹੋਇਆ ਹੈ। ਵਿਣ ਨਾਮੇ ਸੁਣਿਆ, ਪਰ ਨਾਮ ਤੋਂ ਬਗੈਰ ਤੂੰ ਨਾਮ ਤੋਂ ਵਾਂਝਾ ਹੈ। ਤੇ ਨਾਮ ਤੋਂ ਵਾਂਝਾ ਹੋਣ ਕਰਕੇ ਤੂੰ ਸੁਣਿਆ ਹੈ, ਤੂੰ ਸੁਣਨਾ ਹੈ, ਖਾਲੀ ਹੈ। ਕਹਿੰਦੇ ਇਸ ਕਰਕੇ ਖਾਲੀ ਹੈ, ਤੇਰੇ ਵਿੱਚ ਕੋਈ ਵੀ ਚੰਗਿਆਈ ਨਹੀਂ ਹੈ, ਸਗਾ ਤੈਨੂੰ ਅਨੇਕਾਂ ਤਰ੍ਹਾਂ ਦੇ ਰੋਗ ਲੱਗੇ ਹੋਏ ਹਨ। ਹਰ ਕੀ ਭਗਤ ਬਿਨਾ ਮਰ ਰੁੰਨਿਆ। हे ਪੁਰਸ਼, ਪਰਮੇਸ਼ਰ ਦੀ ਭਗਤੀ ਤੋਂ ਬਗੈਰ ਜੀਵ ਨੂੰ ਸੰਸਾਰ ਦੇ ਉੱਤੇ ਬਾਰ-ਬਾਰ ਔਰ ਰੋਂਦਾ ਹੀ ਮਰ ਜਾਂਦਾ ਹੈ ਤੇ ਫਿਰ ਮੁੜ ਕੇ ਆ ਜਾਂਦਾ, ਫਿਰ ਰੋਂਦਾ ਮਰਦਾ ਹੈ। ਕੱਪੜ ਭੋਗ ਸੁਗੰਧ ਤਨ ਮਰਦਨ ਮਾਲਣਾ, ਬਿਨ ਸਿਮਰਨ ਤਨ ਸ਼ਾਰ ਸਰ ਪਰ ਚਾਲਣਾ। ਠੀਕ ਹੈ, ਤੂੰ ਕੱਪੜੇ ਸੋਹਣੇ ਪਾ ਲੈ ਪਰ ਬੜੇ ਭੋਗ ਰਿਹਾ, ਤਨ ਦੇ ਉੱਤੇ ਸੁਗੰਧੀਆਂ ਵੀ ਬੜੀਆਂ ਲਾ ਰਿਹਾ ਹੈ ਤੇ ਤੂੰ ਕਾਮ ਵਾਸ਼ਨਾ ਦੇ ਵਿੱਚ, ਚੇਸ਼ਟਾ ਦੇ ਵਿੱਚ ਫਸਿਆ ਹੋਇਆ ਹੈ। ਇਹ ਸਭ ਵਿਅਰਥ ਹਨ। ਇਹਨਾਂ ਨੇ ਕਹਿੰਦੇ ਵੀ ਤੇਰਾ ਸਾਥ ਨਹੀਂ ਦੇਣਾ, ਸਗਾ ਤੈਨੂੰ ਅਨੇਕਾਂ ਰੋਗਾਂ ਦੇ ਵਿੱਚ ਗ੍ਰਸਤ ਦੇਣਾ ਹੈ ਇਸਨੇ। ਬਿਨ ਸਿਮਰਨ ਤਨ ਸ਼ਾਰ ਸਰ ਪਰ ਚਾਲਣਾ। ਦੇਖ ਕਹਿੰਦੇ ਇਹ ਨਾਮ ਸਿਮਰਨ ਤੋਂ ਬਿਨਾ ਤੂੰ ਤੇਰਾ ਤਨ ਜਿਹੜਾ ਹੈ ਉਹ ਮਿੱਟੀ ਬਣ ਕੇ ਮਿੱਟੀ ਦੇ ਵਿੱਚ ਹੀ ਰਲ ਜਾਣਾ, ਭਸਮ ਹੋ ਜਾਣਾ। ਪਰ ਤੈਨੂੰ ਕਿਸੇ ਨੇ ਵੀ ਕੋਈ ਤੇਰੇ ਨਾਲ ਕਿਸੇ ਵੀ ਵਸਤੂ ਨੇ ਨਾਲ ਨਹੀਂ ਜਾਣਾ। ਅਤੇ ਕਹਿੰਦੇ ਦੇਖ ਇਹ ਸਚਾਈ ਹੈ, ਇਹ ਅਸਲ ਵਿੱਚ ਸਰ ਪਰ ਤਾਂ ਚੱਲਣਾ, ਜਾਣੀ ਕਿ ਇਹ ਸਚਾਈ ਹੈ ਕਿ ਤੂੰ ਇੱਥੋਂ ਤੂੰ ਹਰ ਹਾਲਤ ਦੇ ਵਿੱਚ ਚਲੇ ਜਾਣਾ। ਪਰ ਜਦੋਂ ਤੂੰ ਜਾਏਗਾ ਪਰਲੋਕ ਦੇ ਵਿੱਚ, ਜਿਸ ਵੇਲੇ ਜਮਾਂ ਦੇ ਵਸ ਪਏਗਾ, ਫਿਰ ਬੜੇ ਕਸ਼ਟ ਤੈਨੂੰ ਦਿੱਤੇ ਜਾਣਗੇ। ਮਹਾ ਬਿਖਮ ਸੰਸਾਰ ਵਿਰਲੇ ਪੇਖਿਆ,
ਛੂਟਣ ਹਰ ਕੀ ਸਰਣ ਲੇਖ ਨਾਨਕ ਲੇਖਿਆ। ਇਹ ਸੰਸਾਰ ਬਈ ਬਹੁਤ ਭਾਰੀ ਵਿਖਮ ਹੈ। ਵਿਖਮ ਦਾ ਮਤਲਬ ਬਹੁਤ ਔਖਾ ਇਸ ਨੂੰ ਕਰਨਾ। ਇੱਥੇ ਮਾਇਆ ਦੇ ਮਿੱਠੇ ਪਦਾਰਥ ਜਿਹੜੇ ਨੇ ਉਹ ਜੀਵ ਨੂੰ ਜੰਜੀਰਾਂ ਪਾ ਕੇ ਸੰਗਲ ਬੰਨ੍ਹ ਕੇ ਰੱਖੀ ਫਿਰਦੇ ਨੇ। ਪਰ ਕਹਿੰਦੇ ਕੋਈ ਵਿਰਲੇ ਨੇ ਜਿਨ੍ਹਾਂ ਨੂੰ ਇਹਦਾ ਗਿਆਨ ਹੋ ਜਾਂਦਾ ਵੀ ਇਹਨਾਂ ਦੇ ਕੋਲੋਂ ਆਪਣਾ ਸੰਬੰਧ ਤੋੜਨ ਦੇ ਨਾਲ ਪਰਮੇਸ਼ਰ ਦੇ ਜੋੜਨ ਦੇ ਨਾਲ ਹੀ ਅਸੀਂ ਇਹ ਸੰਸਾਰ ਦੇ ਉੱਤੋਂ ਇਹ ਮਨੁੱਖਾ ਦੋਏ ਜਿਹੜੀ ਪਰਮੇਸ਼ਰ ਨੇ ਦਿੱਤੀ ਉਸ ਅਕਾਲ ਪੁਰਖ ਦੀ ਭਜਨ ਬੰਦਗੀ ਕਰਕੇ ਉਹਦੇ ਵਿੱਚ ਭੇਦਤਾ ਹੋਣ ਵਾਸਤੇ ਉਹ ਵੀ ਇਦੂ ਰੂਪ ਦੇ ਵਿੱਚ ਸਮਝ ਜਾਂਦੇ ਨੇ, ਦੇਖ ਲੈਂਦੇ ਨੇ ਇਹ ਸੰਸਾਰ ਤਾਂ ਬਹੁਤ ਮਿੱਠੀ ਜ਼ਹਿਰ ਹੈ, ਇਹਦੇ ਵਿੱਚ ਤਾਂ ਜੀਵਨ ਵਿਅਰਥ ਹੀ ਜਾ ਰਿਹਾ। ਉਹ ਵੀ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਂਦੇ ਨੇ ਪਰ ਉਹ ਹਨ ਵਿਰਲੇ ਸੰਸਾਰ ਦੇ ਉੱਤੇ। ਕਹਿੰਦੇ ਫਿਰ ਕੀ ਛੂਟਣ ਹਰ ਕੀ ਸਨ ਲੇਖ ਨਾਨਕ ਲੇਖਿਆ। ਵਾਹਿਗੁਰੂ ਨਿਰੰਕਾਰ ਵਾਹਿਗੁਰੂ ਨੇ ਵਾਰ-ਵਾਰ ਗੁਰਬਾਣੀ ਦੇ ਵਿੱਚ ਇਹ ਸਾਨੂੰ ਗਿਆਨ ਦਿੱਤਾ ਕਿ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਜਿਹੜਾ ਜੀਵ ਆ ਜਾਂਦਾ ਭਾਈ ਉਹ ਛੁੱਟ ਜਾਂਦਾ ਹੈ। ਲੇਖ ਉਸ ਦੇ ਜਿਹੜੇ ਨੇ ਉਹ ਮਿਟ ਜਾਂਦੇ ਹਨ। ਆਸਾ ਮਹਿਲਾ ਪੰਜਵਾਂ कोई न किस ही संग काहे गर्बिया एक नाम आधार पौजल तरबिया। ਇਹ ਮੇਰੀ ਜਿੰਦੇ ਕੋਈ ਵੀ ਮਨੁੱਖ ਕੋਈ ਵੀ ਜੀਵ ਕੋਈ ਵੀ ਵਸਤੂ ਕਿਸੇ ਦੇ ਨਾਲ ਨਹੀਂ ਉਸਦੀ ਸਦਾ ਵਾਸਤੇ ਨਿਭਦੀ। ਇਸ ਕਰਕੇ ਕਾਦੇ ਇਸ ਸੰਸਾਰ ਦੇ ਉੱਤੇ ਤੋਂ ਝੂਠਾ ਮਾਣ ਕਰਕੇ ਜਿੰਦੇ ਬੈਠੀ ਹੋਏ ਹੈ। ਇੱਕ ਨਾਮ ਆਧਾਰ ਪੌਜਲ ਤਰਬੀਆ। ਉਹ ਵਾਹਿਗੁਰੂ ਨਾਨਕ ਨਿਰੰਕਾਰ ਵਾਹਿਗੁਰੂ ਦੇ ਨਾਮ ਦਾ ਆਸਰਾ ਬਣਾ ਲੈ ਤੇ ਸੰਸਾਰ ਸੰਬੰਧੋਂ ਤੋਂ ਤਰਨਾ ਕਰ। मैं गरीब सच टेक तू मेरे सतगुर पूरे देख तुम्हारा दर्शनो मेरा मन धीरे। ਅਰਦਾਸ ਨਿਰੰਕਾਰ ਦੇ ਚਰਨਾਂ ਦੇ ਵਿੱਚ ਦੋਨੋਂ ਹੱਥ ਜੋੜ ਕਰਕੇ ਕਰ ਆਖ ਮੇਰੇ ਪੂਰੇ ਸਤਿਗੁਰ ਜੀ ਮੈਂ ਸੱਚਮੁੱਚ ਹੀ ਗਰੀਬ ਹਾਂ ਕਿਉਂਕਿ ਮੇਰੇ ਕੋਲ ਨਾਮ ਦਾ ਧਨ ਨਹੀਂ ਹੈ। ਪਰ ਕਹਿੰਦਾ ਤੁਸੀਂ ਮੇਰੇ ਪੂਰੇ ਸਤਿਗੁਰੂ ਹੋ। ਮੈਂ ਆਪ ਦੀ ਓਟ ਤੇ ਆਸਰਾ ਹੁਣ ਤੱਕਿਆ ਹੋਇਆ ਹੈ, ਓਟ ਆਪ ਦੀ ਲਈ ਹੋਈ ਹੈ। ਦੇਖ ਤੁਹਾਡਾ ਦਰਸ਼ਨ ਮੇਰਾ ਮਨ ਧੀਰੇ। ਜਦੋਂ ਤੁਹਾਡੇ ਮੈਂ ਦਰਸ਼ਨ ਦੇਦਾ ਉਸੇ ਵੇਲੇ ਮੇਰਾ ਮਨ ਧੀਰਜ ਦੇ ਵਿੱਚ ਆ ਜਾਂਦਾ, ਮੇਰਾ ਮਨ ਆਨੰਦ ਦੇ ਵਿੱਚ ਆ ਜਾਂਦਾ। ਰਹਾਓ ਰਾਜਮਾਲ ਜੰਜਾਲ ਕਾਜ ਨ ਕਿਤੈ ਗਨੋ ਹਰ ਕੀਰਤਨ ਆਧਾਰ ਨੇ ਚਲੇ ਹੈ ਤਨੋ। ਵਿਸਰਾਮ ਲਾ ਕੇ ਪਰਮੇਸ਼ਰ ਜੀ ਕਹਿੰਦੇ ਨੇ ਭਾਈ ਇਹ ਰਾਜ ਮਾਲ ਜੰਜਾਲ ਕਿਤੇ ਕਾਜ ਨਾ ਕਿਤੇ ਗਣੋ। ਜਿਹੜਾ ਰਾਜ ਭਾਗ ਹੈ ਹਾਥੀ ਘੋੜੇ ਆਦਿ ਨੇ ਇਹ ਤਾਂ ਸਾਰੇ ਜੰਜਾਲ ਪਏ ਹੋਏ ਨੇ ਜੀਵ ਨੂੰ, ਇਹ ਕਿਤੇ ਵੀ ਕੰਮ ਆਉਣ ਵਾਲੇ ਨਹੀਂ। ਇਹਨਾਂ ਨੂੰ ਇਸ ਕਰਕੇ ਨਾ ਬਹੁਤਾ ਗਿਣੋ, ਇਹਨਾਂ ਦੇ ਨਾਲ ਬਹੁਤਾ ਮੋਹ ਨਾ ਪਾਓ। ਹਰ ਕੀਰਤਨ ਆਧਾਰ ਨੈਚਰ ਇਹ ਤਨੋ। ਪਰਮੇਸ਼ਰ ਦੀ ਕੀਰਤੀ ਜਿਹੜੀ ਹੈ, ਪਰਮੇਸ਼ਰ ਦੀ ਵਡਿਆਈ ਹੈ, ਪਰਮੇਸ਼ਰ ਦਾ ਜਿਹੜਾ ਗਿਆਨ ਹੈ ਉਸ ਦਾ ਆਸਰਾ ਗ੍ਰਹਿਣ ਕਰ। ਆਧਾਰ ਹੁੰਦਾ ਆਸਰਾ, ਗ੍ਰਹਿਣ ਕਰ। ਇਹੋ ਧਨ ਨਿਸ਼ਚਰ ਹੈ ਜਿਹੜਾ ਕਿ ਸਦਾ ਤੇਰੇ ਅੰਗ ਸੰਗ ਸਹਾਈ ਹੋ ਕੇ ਲੋਕ ਤੋਂ ਪਰਲੋਕ ਵਿੱਚ ਵੀ ਜਾਵੇਗਾ। ਜੇਤੇ ਮਾਇਆ ਰੰਗ ਤੇਤ ਪਛਾਵਿਆ ਸੁਖ ਕਾ ਨਾਮ ਨਿਧਾਨ ਗੁਰਮੁਖ ਗਾਵਿਆ। ਜਿੰਨੇ ਵੀ ਮਾਇਆ ਦੇ ਰੰਗ ਹਨ ਇਹ ਤਾਂ ਭਾਈ ਝੂਠੇ ਹਨ, ਪਰਛਾਵੇਂ ਵਾਂਗੂ ਨੇ। ਜਦੋਂ ਸੂਰਜ ਟਲ ਗਿਆ ਪਰਛਾਵਾਂ ਵੀ ਖਤਮ, ਇਹ ਸਾਰੇ ਝੂਠੇ ਹਨ। ਸੁਖ ਕਾ ਨਾਮ ਨਿਧਾਨ ਗੁਰਮੁਖ ਗਾਵਿਆ। ਜਿਹੜੇ ਗੁਰਮੁਖ ਨੇ ਉਹਨਾਂ ਨੇ ਇਸ ਚੀਜ਼ ਦਾ ਗਿਆਨ ਇਕੱਠਾ ਕਰ ਲਿਆ ਕਿ ਉਹਨਾਂ ਨੂੰ ਗਿਆਨ ਹੋ ਗਿਆ ਇਸ ਚੀਜ਼ ਦਾ ਕਿ ਮਾਇਆ ਦੇ ਰੰਗ ਸਾਰੇ ਜਿਹੜੇ ਨੇ ਝੂਠੇ ਨੇ, ਪਰਮੇਸ਼ਰ ਤੋਂ ਦੂਰ ਲੈ ਕੇ ਜਾਣ ਵਾਲੇ ਹਨ। ਸੁੱਖਾਂ ਦਾ ਖਜ਼ਾਨਾ ਤਾਂ ਨਾਮ ਹੈ ਤੇ ਗੁਰਮੁਖ ਸਦਾ ਹੀ ਉਸ ਨੂੰ ਹੀ ਗਾਉਣਾ ਕਰਦੇ ਹਨ। ਸੱਚਾ ਗੁਣੀ ਨਿਦਾਨ ਤੂੰ ਪ੍ਰਭ ਗੈਰ ਗੰਭੀਰੇ ਆਸ ਭਰੋਸਾ ਖਸਮ ਕਾ ਨਾਨਕ ਕੇ ਜੀਅਰੇ। ਨਿਰੰਕਾਰ ਵਾਹਿਗੁਰੂ ਜੀ ਤੁਸੀਂ ਗਹਿਰ ਗੰਭੀਰ ਬੁਰੇ ਡੂੰਘੇ ਹੋ ਔਰ ਬੜੇ ਵਿਸ਼ਾਲ ਹੋ ਤੇ ਸਾਰੇ ਸੁੱਖਾਂ ਦੇ ਖਜ਼ਾਨੇ ਵੀ ਆਪ ਜੀ ਦੇ ਪਾਸ ਹੀ ਹਨ। ਆਪ ਹੀ ਸਾਰਿਆਂ ਨੂੰ ਇਹ ਸੁੱਖਾਂ ਦੇ ਖਜ਼ਾਨੇ ਦੇਣ ਵਾਲੇ ਹੋ। ਆਸ ਭਰੋਸਾ ਖਸਮ ਕਾ ਨਾਨਕ ਕੇ ਜੀਰੇ। ਇਸ ਕਾਰਨ ਕਰਕੇ ਮੇਰੇ ਜੀ ਨੂੰ ਹੁਣ ਆਸਾ ਜਿਹੜੀ ਆਪ ਜੀ ਦੇ ਆਪਣੇ ਆਪ ਜੀ ਦੇ ਪ੍ਰੇਮ ਦੀ ਹੀ ਆਸਾ ਰਹਿੰਦੀ ਹਰ ਵੇਲੇ ਆਪ ਜੀ ਦੇ ਪ੍ਰੇਮ ਦੇ ਨਾਲ ਹੀ ਸਤਿਗੁਰ ਸੱਚੇ ਪਾਤਸ਼ਾਹ ਆਪ ਦੇ ਪ੍ਰੇਮ ਦਾ ਹੀ ਸਾਨੂੰ ਹਰ ਵੇਲੇ ਬਸ ਮਨ ਦੇ ਵਿੱਚ ਆਸ ਲੱਗੀ ਰਹਿੰਦੀ ਹੈ ਕਿ ਆਪ ਜੀ ਦੇ ਨਾਲ ਆਪ ਜੀ ਦਾ ਜਿਹੜਾ ਇਹ ਪ੍ਰੇਮ ਹੈ ਵੱਧਦਾ ਜਾਵੇ। ਆਸ ਭਰੋਸਾ ਖਸਮ ਕਾ। ਹੁਣ ਪੂਰਾ ਭਰੋਸਾ ਆਪ ਜੀ ਨੂੰ ਉੱਤੇ ਹੈ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀਓ ਕਿਉਂਕਿ ਤੁਸੀਂ ਮੇਰੇ ਜੀ ਦੇ ਆਸਰੇ ਵੀ ਹੋ।
ਆਸ ਵੀ ਇਹੀ ਵੱਜੀ ਹੋਈ ਹੈ ਕਿ ਹੁਣ ਆਪ ਜੀ ਦੇ ਨਾਲ ਪ੍ਰੇਮ ਹੋਰ ਵੱਧਦਾ ਜਾਵੇ, ਵੱਧਦਾ ਜਾਵੇ, ਵੱਧਦਾ ਜਾਵੇ। ਪਰ ਹੁਣ ਇਦੂ ਚੀਜ਼ ਦਾ ਵੀ ਗਿਆਨ ਹੋ ਗਿਆ ਕਿ ਤੁਸੀਂ ਹੀ ਮੇਰੇ ਆਸਰੇ ਹੋ। ਆਸਾ ਮਹਿਲਾ ਪੰਜਵਾਂ, ਜਿਸ ਸਿਮਰਤ ਦੁਖ ਜਾਏ, ਸਹਿਜ ਸੁਖ ਪਾਈਐ, ਰਹਿਣ ਦਿਨਸ ਕਰ ਜੋੜ, ਹਰ ਹਰ ਧਿਆਈਐ। ਪਰਮੇਸ਼ਰ ਜੀ ਕਹਿੰਦੇ ਹੈ ਸੰਸਾਰ ਦੇ ਜੀਵੋ ਜਿਹਦੇ ਸਿਮਰਨ ਦੇ ਨਾਲ ਸਾਰੇ ਦੁੱਖ ਚਲੇ ਜਾਂਦੇ ਹਨ, ਤੇ ਉਸ ਦੇ ਕਰਕੇ ਜਦੋਂ ਦੁੱਖ ਚਲੇ ਜਾਂਦੇ ਨੇ ਆਤਮਾ ਨੂੰ ਸੁਖ ਪ੍ਰਾਪਤ ਹੋ ਜਾਂਦਾ ਹੈ। ਰਹਿਣ ਦਿਨਸ ਕਰ ਜੋੜ, ਹਰ ਹਰ ਧਿਆਈਐ। ਦਿਨ ਰਹਿਣ ਹੱਥ ਜੋੜ ਕੇ, ਜਨ ਬਣ ਕੇ। ਹੱਥ ਜੋੜਨ ਦਾ ਮਤਲਬ ਹੁੰਦਾ ਜਨ ਬਣ ਕੇ, ਹਰ ਵੇਲੇ ਸਤ ਸਤ ਕਹਿ ਕੇ ਉਹਦੀ ਸੇਵਾ ਦੇ ਵਿੱਚ ਖੜੇ ਰਹਿਣਾ, ਦਾਸ ਬਣ ਕੇ। ਕਹਿੰਦੇ ਉਸ ਨੂੰ ਧਿਆਉਣਾ ਕਰੀਏ। ਨਾਨਕ ਕਾ ਪ੍ਰਭ ਸੋਏ, ਜਿਸ ਕਾ ਸਭ ਕੋਏ, ਸਰਬ ਰਹਾ ਭਰਪੂਰ, ਸੱਚਾ ਸੱਚ ਸੋਏ। ਨਿਰੰਕਾਰ ਵਾਹਿਗੁਰੂ ਜੀ, ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਆਪ ਹਨ ਤੰਤਰ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਜੀ। ਪਰ ਦੇਖੋ ਇੱਥੇ ਆਪਣੀ ਨਿਮਰਤਾ ਦਿਖਾਉਂਦੇ ਤੇ ਸਾਨੂੰ ਦੱਸ ਰਿਹਾ ਵੀ ਅਰਦਾਸ ਕਿਸ ਤਰ੍ਹਾਂ ਕਰਨੀ। ਕਹਿੰਦੇ ਦੇਖੋ ਨਾਨਕ ਕਾ ਪਰਮੇਸ਼ਰ ਜਿਹੜਾ ਪ੍ਰਭੂ ਹੈ ਉਹ ਸਭ ਦੇ ਵਿੱਚ ਰਚਿਆ ਹੋਇਆ ਹੈ। ਜਿਸ ਕਾ ਸਭ ਕੋਈ, ਨਾਨਕ ਕਾ ਪ੍ਰਭ ਸੋਏ, ਜਿਸ ਕਾ ਸਭ ਕੋਈ, ਉਹ ਸਾਰਿਆਂ ਦੇ ਵਿੱਚ ਵਿਆਪਕ ਹੈ। ਸਾਰੇ ਜੀਵ ਉਹਦੇ ਵਿੱਚ ਹੀ ਹਨ, ਉਹ ਸਾਰਿਆਂ ਜੀਵਾਂ ਦੇ ਵਿੱਚ ਹੈ। ਸਰਬ ਰਿਹਾ ਭਰਪੂਰ, ਸੱਚਾ ਸੱਚ ਸੋਏ। ਉਹ ਸਾਰਿਆਂ ਦੇ ਵਿੱਚ ਪੂਰਨ ਰੂਪ ਹੋ ਕੇ ਸਰਬ ਵਿਆਪਕ ਹੈ। ਰਹਾਉ ਅੰਤਰ ਬਾਹਰ ਸੰਗ, ਸਹਾਈ ਗਿਆਨ ਜੋਗ, ਤਿਸੇ ਆਰਾਧ ਮਨਾ, ਬਿਨਾਸੇ ਸਗਲ ਰੋਗ। ਇਹ ਮੇਰੇ ਪ੍ਰਮਾਤਮਾ, ਉਹ ਇਹ ਮੇਰੇ ਮਨ, ਉਸ ਪ੍ਰਮਾਤਮਾ ਨੂੰ ਆਰਾਧਨਾ ਕਰ ਜੋ ਸਾਰਿਆਂ ਦੇ ਅੰਦਰ ਵਸਿਆ ਹੋਇਆ ਹੈ, ਸਾਰੇ ਸੰਸਾਰ ਦੇ ਵਿੱਚ ਵਸਿਆ ਹੋਇਆ ਹੈ, ਸਾਰਿਆਂ ਦੇ ਨਾਲ ਰਹਿ ਰਿਹਾ ਹੈ, ਸਾਰਿਆਂ ਦੀ ਪਾਲਣਾ ਪੋਸ਼ਣਾ ਕਰ ਰਿਹਾ ਹੈ। ਰਾਖਣ ਹਾਰਿਆ ਪਾਰ, ਰਾਖੇ ਅਗਨ ਮਾਹੇ, ਸੀਤਲ ਹਰ ਹਰ ਨਾਮ, ਸਿਮਰਤ ਤਪਤ ਜਾਏ। ਨਾਲੇ ਵੀ ਆਖ ਦਿੰਦੇ ਨੇ ਕਿ ਮਨਾ ਤੋਂ ਉਸ ਦੀ ਆਰਾਧਨਾ ਕਰ ਜਿਹੜੇ ਸਾਰੇ ਰੋਗਾਂ ਨੂੰ ਨਾਸ਼ ਕਰ ਦਿੰਦਾ ਹੈ। ਰਾਖਣ ਹਾਰ ਅਪਾਰ, ਰਾਖੇ ਅਗਨ ਮਾਹੇ, ਉਹ ਤਾਂ ਐਡਾ ਦਿਆਲੂ ਕਿਰਪਾਲੂ ਹੈ। ਉਹ ਤਾਂ ਮਾਤਾ ਦੇ ਪੇਟ ਦੇ ਵਿੱਚ ਜਠਰ ਅਗਨੀ ਦੇ ਵਿੱਚ ਵੀ ਰੱਖਿਆ ਕਰਦਾ ਹੈ। ਸੀਤਲ ਹਰ ਹਰ ਨਾਮ, ਸਿਮਰਤ ਤਪਤ ਜਾਏ। ਉਹਦਾ ਨਾਮ ਜਿਹੜਾ ਹੈ ਉਹ ਅਤਿਅੰਤ ਸੀਤਲਤਾ ਵਾਲਾ ਹੈ, ਜਿਹਦੇ ਸਿਮਰਨ ਕਰਨ ਦੇ ਨਾਲ ਸਰੀਰ ਦੇ ਅੰਦਰ ਹੰਸੇਤ, ਲੋਭ, ਕੁਪਚਾਰੀ, ਨਦੀਆਂ, ਅੱਗ, ਇਹ ਸਾਰੀਆਂ ਠੰਡੀਆਂ ਹੋ ਜਾਂਦੀਆਂ ਨੇ। ਔਰ ਈਰਖਾ ਦੀ ਜਿਹੜੀ ਸੜਨਾ ਸਾਡੇ ਅੰਦਰ ਭਾਈ ਵੱਧਦੀ ਜਾ ਰਹੀ, ਉਹਨੂੰ ਵੀ ਮਿਟਾ ਦਿੰਦੀ ਹੈ। ਸੁਖ ਸਹਿਜ ਆਨੰਦ ਕਣਾ, ਨਾਨਕ ਜਨ ਧੂਰਾ, ਕਾਰਜ ਸਗਲੇ ਸਿੱਧ ਭਏ, ਭੇਟਿਆ ਗੁਰ ਪੂਰਾ। ਪੂਰਿਆਂ ਦੀ ਸੰਗਤ ਦੇ ਵਿੱਚ ਬੈਠ ਕੇ ਪਰਮੇਸ਼ਰ ਦੀ ਆਰਾਧਨਾ ਕਰਨ ਦੇ ਨਾਲ ਉਹਨਾਂ ਪੂਰਿਆਂ ਦੀ ਧੂੜ ਲੈਣ ਕਰਕੇ ਬਹੁਤ ਆਨੰਦ ਪ੍ਰਾਪਤ ਹੁੰਦਾ ਭਾਈ। ਹੁਣ ਉਹ ਜਿਹੜੇ ਜੀਵ ਨੂੰ ਇਹ ਪ੍ਰਾਪਤ ਹੋਗਾ, ਕਹਿੰਦਾ ਵੀ ਮੈਨੂੰ ਉੱਥੋਂ ਆਨੰਦ ਪ੍ਰਾਪਤ ਹੋ ਗਿਆ। ਕਾਰਜ ਸਗਲੇ ਸਿੱਧ ਪਏ, ਭੇਟਿਆ ਗੁਰ ਪੂਰਾ। ਸਾਰੇ ਕਾਰਜ ਮੇਰੇ ਕੰਮ ਜਿਹੜੇ ਸਨ ਸਾਰੇ ਪੂਰੇ ਹੋ ਗਏ ਜਦੋਂ ਦਾ ਮੈਂ ਉਹ ਪਰਮੇਸ਼ਰ ਅਕਾਲ ਪੁਰਖ ਨੂੰ ਮਿਲਿਆ ਔਰ ਪੂਰਿਆਂ ਦੇ ਨਾਲ ਬੈਠ ਕੇ ਉਹਦੀ ਆਰਾਧਨਾ ਕੀਤੀ, ਨਾਮ ਜਪਿਆ, ਸਿਮਰਨ ਕੀਤਾ ਔਰ ਉਹਦੇ ਰਜ਼ਾ ਦੇ ਵਿੱਚ ਤੇ ਹੁਕਮ ਦੇ ਵਿੱਚ ਚੱਲਣਾ ਦਾ ਗਿਆਨ ਲਿਆ। ਆਸਾ ਮਹਿਲਾ ਪੰਜਵਾਂ, ਗੋਬਿੰਦ ਗੁਣੀ ਨਿਦਾਨ, ਗੁਰਮੁਖ ਜਾਣੀਐ, ਹੋਏ ਕਿਰਪਾਲ ਦਇਆਲ, ਹਰ ਰੰਗ ਮਾਣੀਐ। ਗੋਬਿੰਦ, ਗੋ ਧਰਤੀ, ਬਿੰਦ ਬਣਾਉਣ ਵਾਲਾ, ਪਾਲਣ ਵਾਲਾ ਜਿਹੜਾ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਹਨ। ਕਹਿੰਦੇ ਉਹ ਸਾਰੇ ਸ਼ੁਭ ਗੁਣਾਂ ਦੇ ਖਜ਼ਾਨੇ ਹਨ। ਗੁਰਮੁਖਾਂ ਨੂੰ ਪਰਮੇਸ਼ਰ ਦੇ ਗਿਆਨ ਦੇ ਰਾਹੀਂ ਇਸ ਦਾ ਚਾਨਣਾ ਹੋ ਗਿਆ, ਇਸ ਦਾ ਗਿਆਨ ਹੋ ਗਿਆ। ਹੋਏ ਕਿਰਪਾਲ ਦਿਆਲ, ਹਰ ਰੰਗ ਮਾਲੀਏ। ਕਹਿੰਦੇ ਉਹ ਕਿਰਪਾਲੂ, ਕਿਰਪਾ ਦਾ ਘਰ ਹੈ। ਸਤਿਗੁਰ ਦਿਆਲੂ ਹਨ ਤੇ ਜੀਵ ਹਰ ਵੇਲੇ ਜਿਹੜਾ ਉਹਨਾਂ ਦੇ ਨਾਲ ਜੁੜਿਆ ਹੋਇਆ ਹੈ ਉਹ ਆਨੰਦ ਨੂੰ ਹੀ ਭੋਗਦਾ। ਆਵੋ ਸੰਤ ਮਿਲਾ, ਹਰ ਕਥਾ ਕਹਾਣੀਆਂ, ਅਨ ਦਿਨ ਸਿਮਰੈ ਨਾਮ, ਤਜ ਲਾਜ ਲੋਕਾਣੀਆਂ। ਇਹ ਮੇਰੇ ਸੰਤ ਜਨੋ, ਮੇਰੇ ਪਿਆਰਿਓ, ਮੇਰੇ ਗੁਰਮੁਖ ਪਿਆਰਿਓ ਭਾਈਓ, ਆਓ ਆਪਾਂ ਮਿਲ ਕੇ ਉਸ ਪਰਮੇਸ਼ਰ ਦੀਆਂ ਸੋਹਣੀਆਂ ਸੋਹਣੀਆਂ ਕਹਾਣੀਆਂ ਕਾ ਕੇ ਉਹਦੀ ਉਸਤਤ ਕਰੀਏ। ਅਨ ਦਿਨ ਸਿਮਰੋ ਨਾਮ, ਤਜ ਲਾਜ ਲੋਕਾਣੀਆਂ। ਲੋਕਾਂ ਦੀ ਸ਼ਰਮ ਲਾ ਕੇ ਭਾਵੇਂ ਉੱਚੀ ਆਵਾਜ਼ ਦੇ ਵਿੱਚ ਬੋਲ ਕੇ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਸਾਰਿਆਂ ਦਾ ਕਰਤਾ ਹੈ, ਉਹਨੂੰ ਸਿਮਰਨਾ ਕਰੀਏ। ਰਹਾਓ ਜਪ ਜਪ ਜੀਵਾ ਨਾਮ,
ਹੋਵੇ ਆਨੰਦ ਕਣਾ ਮਿਥਿਆ ਮੋਹ ਸੰਸਾਰ ਝੂਠਾ ਵਿਣਸਣਾ। ਦੇਖੋ ਉਸ ਦਾ ਨਾਮ ਜਪ ਜਪ ਕੇ ਹੀ ਜੀਵ ਜਿਹਦੇ ਉੱਤੇ ਦਇਆ ਹੋ ਜਾਂਦੀ ਕਿਰਪਾਲੂ ਦੀ, ਉਹ ਕਹਿੰਦਾ ਮੈਂ ਨਾਮ ਜਪ ਜਪ ਕੇ ਹੀ ਜਿਉਂਦਾ ਹਾਂ, ਕਿਉਂਕਿ ਨਾਮ ਜਿਹੜਾ ਹੈ ਇਹਦੇ ਵਰਗੀ ਹੋਰ ਕੋਈ ਵਸਤੂ ਨਹੀਂ ਹੈ। ਇਹ ਨਾਮ ਜਪਣ ਕਰਕੇ ਹੀ ਘਣਾ ਕਹਿੰਦੇ ਨੇ ਬਹੁਤ ਜਿਹੜਾ ਮਿਣਿਆ ਨਹੀਂ ਜਾ ਸਕਦਾ ਉਹ ਆਨੰਦ ਪ੍ਰਾਪਤ ਹੁੰਦਾ। ਮਿਥਿਆ ਮੋਹ ਸੰਸਾਰ ਝੂਠਾ ਬਿਨਸਣਾ, ਇਹ ਸੰਸਾਰ ਦੇ ਜਿਹੜੇ ਵਿੱਚ ਬੇਕਾਰੀ ਤੱਤ ਹਨ ਜਾਂ ਸਾਖ ਸੰਬੰਧੀ ਜਿਹੜੇ ਝੂਠੇ ਹਨ, ਜਿਨ੍ਹਾਂ ਨਾਲ ਸਾਥ ਕਿਤੇ ਨਹੀਂ ਨਿਭਾਉਣਾ। ਜੋ ਮੈਂ ਇਹਨਾਂ ਦੇ ਨਾਲ ਮੋਹ ਪਾ ਕੇ ਬੈਠਾ ਹਾਂ, ਇਹ ਤਾਂ ਸਾਰੇ ਨਾਸ਼ਵੰਤ ਹਨ। ਚਰਨ ਕਮਲ ਸੰਗ ਨੇ ਹੋ ਕਿਨੇ ਵਿਰਲੇ ਲਾਇਆ, ਤਨ ਸੁਹਾਵਾ ਮੁਖ ਜਿਨ ਹਰ ਧਿਆਇਆ। ਭਾਈ ਇਹ ਵੀ ਗੱਲ ਸੱਚੀ ਆ ਕਿ ਪਰਮੇਸ਼ਰ ਦੇ ਨਾਮ ਦੇ ਨਾਲ, ਪਰਮੇਸ਼ਰ ਦੇ ਚਰਨਾਂ ਦੇ ਨਾਲ ਪ੍ਰੇਮ ਕਿਸੇ ਵਿਰਲੇ ਨਹੀਂ ਸਹੀ ਰੂਪ ਦੇ ਵਿੱਚ ਪਾਇਆ। ਫਿਰ ਜਿਹੜੇ ਪਾਗ ਲੈਂਦੇ ਨੇ ਨਾ ਭਾਈ, ਉਹ ਫਿਰ ਸਰੀਰ ਦੇ ਉੱਤੇ ਭਾਰੀ ਤੋਂ ਭਾਰੀ ਦੁੱਖ ਵੀ ਸਹਾਰਦੇ ਹੋਏ ਕਹਿੰਦੇ ਨੇ, ਇਹ ਅਕਾਲ ਪੁਰਖ ਵਾਹਿਗੁਰੂ, ਇਹ ਜੋ ਕੁਝ ਹੋ ਰਿਹਾ ਤੇਰੇ ਹੁਕਮ ਦੇ ਵਿੱਚ ਹੀ ਹੋ ਰਿਹਾ, ਤੇਰੇ ਹੁਕਮ ਦੇ ਵਿੱਚ ਹੀ ਹੋ ਰਿਹਾ। ਜੇ ਕਹਿੰਦੇ ਇਦੂ ਰੂਪ ਦੇ ਵਿੱਚ ਕਿ ਕਹਿੰਦੇ ਜਪ ਨਾ ਜੀਵਾ, ਹਾਂਜੀ ਇਹੀ ਹੈ ਚਰਨ ਕਮਲ ਸੰਗ ਨੇ ਚਰਨ ਕਮਲ ਸੰਗ ਨੇ ਉਹ ਕਹਿੰਦੇ ਵਿਰਲੇ ਲਾਇਆ, ਕੋਈ ਵਿਰਲੇ ਨਹੀਂ ਜਿਨ੍ਹਾਂ ਨੇ ਸਹੀ ਸਰੂਪ ਦੇ ਵਿੱਚ ਪਰਮੇਸ਼ਰ ਦੇ ਨਾਲ, ਉਹਦੇ ਚਰਨਾਂ ਦੇ ਨਾਲ ਪ੍ਰੇਮ ਪਾਇਆ ਹੋਇਆ ਹੈ। ਧਨ ਸੁਹਾਵਾ ਮੁਖ ਜਿਨ ਹਰ ਧਿਆਇਆ। ਭਾਈ ਉਹ ਮੂੰਹ ਜਿਹੜਾ ਹੈ, ਮੁਖ ਕਹਿੰਦੇ ਨੇ ਮੂੰਹ ਨੂੰ, ਉਹ ਰਸਨਾ ਵੀ ਧਨ ਦਾ ਜੋਗ ਹੈ, ਸੋਭਾ ਵਾਲੀ ਹੈ, ਜਿਸ ਨੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ। ਜਨਮ ਮਰਨ ਦੁਖ ਕਾਲ ਸਿਮਰਤ ਮਿਟ ਜਾਵਈ, ਨਾਨਕ ਕੈ ਸੁਖ ਸੋਏ ਜੋ ਪ੍ਰਭ ਭਾਵਈ। ਵਾਹਿਗੁਰੂ ਨਿਰੰਕਾਰ ਦਾ ਨਾਮ ਸਿਮਰਨ ਦੇ ਨਾਲ ਹੀ ਭਾਈ ਜਨਮ ਤੇ ਮਰਨ ਦੇ ਸਾਰੇ ਦੁੱਖ ਵੀ ਖਤਮ ਹੋ ਜਾਂਦੇ ਹਨ। ਨਾਨਕ ਕੈ ਸੁਖ ਸੋਏ ਜੋ ਪ੍ਰਭ ਭਾਵੀ। ਗੁਰੂ ਨਿਰੰਕਾਰ ਵਾਹਿਗੁਰੂ ਜੀ ਕਹਿੰਦੇ ਨੇ ਸਾਡੇ ਤਾਈਂ ਉਹੀ ਸੁਖ ਸਰੂਪ ਹੈ, ਉਹੀ ਸੁੱਖਾਂ ਦੇ ਵਿੱਚ ਰਹਿੰਦਾ, ਉਹੀ ਪਰਮੇਸ਼ਰ ਨੂੰ ਭਾ ਜਾਂਦਾ। ਜਿਹਦੇ ਉੱਤੇ ਪਰਮੇਸ਼ਰ ਦੀ ਦਇਆ ਹੋਵੇ ਤੇ ਫਿਰ ਸਤਿਗੁਰ ਦੀ ਸੇਵਾ ਸਿਮਰਨ ਦੇ ਵਿੱਚ ਹੀ ਇਹ ਜੀਵਨ ਨੂੰ ਲਾ ਕੇ ਹਰ ਇੱਕ ਦੇ ਚਰਨਾਂ ਦੀ ਖਾਕ ਬਣ ਜਾਂਦਾ, ਹਰ ਇੱਕ ਦੇ ਚਰਨਾਂ ਦੀ ਧੂੜ ਬਣ ਜਾਂਦਾ। ਆਸਾ ਮਹਿਲਾ ਪੰਜਵਾਂ ਆਵੋ ਮੀਤ ਇਕੱਤਰ ਹੋਏ, ਰਸ ਕਸ ਸਭ ਪੁੰਚੋ ਅੰਮ੍ਰਿਤ ਨਾਮ ਹਰ ਹਰ ਜਪੈ ਮਿਲ ਪਾਪਾ ਮੁੰਚੋ। ਆਓ ਮੇਰੇ ਮਿੱਤਰੋ, ਆਓ ਮੇਰੇ ਦੋਸਤੋ, ਆਓ ਗੁਰਮੁਖੋ, ਆਪਾਂ ਸਾਰੇ ਇਕੱਠੇ ਹੋ ਕੇ ਮੀਤ ਇਕੱਤਰ ਹੋਏ, ਜਾਨੀ ਇਕੱਠੇ ਹੋ ਕੇ ਰਸ ਕਸਾ ਪਹੁੰਚੋ। ਉਹ ਨਾਮ ਜਿਹੜਾ ਸਾਰੇ ਰਸਾਂ ਕਸਾਂ ਤੋਂ ਉੱਚਾ ਸੁੱਚਾ, ਜਿਹਦੀ ਵਰਗੀ ਹੋਰ ਕੋਈ ਸੰਸਾਰ ਦੇ ਉੱਤੇ ਵਸਤੂ ਨਹੀਂ। ਆਪਾਂ ਉਸ ਨੂੰ ਭੋਗੀਏ, ਉਸ ਨੂੰ ਜਪੀਏ, ਉਸ ਨੂੰ ਛਕੀਏ। ਅੰਮ੍ਰਿਤ ਨਾਮ ਹਰ ਹਰ ਜਪੈ ਮਿਲ ਪਾਪਾ ਮੁੰਚੋ। ਕਹਿੰਦੇ ਉਹ ਪਰਮੇਸ਼ਰ ਦਾ ਆਪਾਂ ਨਾਮ ਜਪੀਏ ਜਿਹੜਾ ਸਾਰੇ ਪਾਪਾਂ ਨੂੰ ਖਤਮ ਵਾਲਾ ਹੈ, ਕਰਨ ਵਾਲਾ ਹੈ, ਜਿਹਦੀ ਨਾਮ ਦੀ ਕਿਰਪਾ ਨਾਲ ਸਾਰੇ ਪਾਪ ਖਤਮ ਹੋ ਜਾਵਣਗੇ। ਤਤ ਵਿਚਾਰੋ ਸੰਤ ਜਨੋ ਤਾਂ ਤੇ ਬਿਗਨ ਨ ਲਾਗੈ, ਖੀਨ ਪਏ ਸਭ ਤਸ ਕਰਾ ਗੁਰਮੁਖ ਜਨ ਜਾਗੈ। ਤਤ ਵਿਚਾਰੋ, ਤਤ ਹੁੰਦਾ ਹੈ ਭਾਈ ਅਸਲੀਅਤ, ਸੱਚ। ਕਹਿੰਦੇ ਆਓ ਮਿੱਤਰੋ, ਇਹ ਆਪਾਂ ਤਤ ਇਸ ਸੱਚ ਨੂੰ ਵਿਚਾਰ ਲਈਏ ਕਿ ਇਹ ਸੰਸਾਰ ਦੇ ਉੱਤੇ ਮਨੁੱਖਾਂ ਦੇ ਪਾ ਕੇ ਕੀ ਕਰਨ ਵਾਸਤੇ ਆਪਾਂ ਆਏ ਆ। ਕਹਿੰਦੇ ਇਹ ਵਿਚਾਰ ਲਈਏ। ਕਹਿੰਦੇ ਜੇ ਆਪਾਂ ਇਹ ਬੈਠ ਕੇ ਫਿਰ ਪਰਮੇਸ਼ਰ ਦਾ ਨਾਮ ਜਪੀਏ। ਕਹਿੰਦੇ ਉਹ ਤਤ ਵਿਚਾਰੋ ਸੰਤ ਜਨੋ। ਹੁਣ ਉਹ ਮਿੱਤਰਾਂ ਨੂੰ ਸੰਤ ਸਰੂਪ ਕਹਿਣ ਡਏ ਨੇ, ਸਤਿਗੁਰੂ ਵੀ ਸੰਤ ਸਰੂਪ ਕਹਿ ਕੇ ਹੀ ਉਹਨਾਂ ਨੂੰ ਵਡਿਆਈ ਦਿੰਦੇ ਨੇ। ਕਹਿੰਦੇ ਵੀ ਦੇਖੋ, ਜਿਸ ਵੇਲੇ ਇਹ ਜੀਵਨ ਦਾ ਸਿਧਾਂਤ, ਇਹ ਜੀਵਨ ਦਾ ਮਨੋਰਥ ਅਸੀਂ ਸਹੀ ਸਰੂਪ ਦੇ ਵਿੱਚ ਸਾਨੂੰ ਗਿਆਨ ਹੋ ਜਾਂਦਾ, ਅਸੀਂ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਜਾਂਦੇ ਹਾਂ। ਫਿਰ ਕੀ ਹੁੰਦਾ, ਤਾਂ ਤੇ ਵਿਘਨ ਨਾ ਲਾਗੇ, ਫਿਰ ਕੋਈ ਵਿਘਨ ਲਾਗੇ ਕੋਈ ਨਹੀਂ ਆਉਂਦਾ, ਨਾ ਕੋਈ ਵਿਘਨ ਪਾ ਸਕਦਾ ਪਰਮੇਸ਼ਰ ਦੇ ਮਿਲਾਵਟ ਦੇ ਵਿੱਚ। ਜੀਵ ਦਾ ਤੇ ਪਰਮੇਸ਼ਰ ਦੇ ਵਿੱਚ ਰਾਸ ਦੇ ਵਿੱਚ ਜਿਹੜਾ ਮਿਲਾਹ ਹੈ, ਉਹਦੇ ਵਿੱਚ ਕੋਈ ਵਿਘਨ ਨਹੀਂ ਪਾ ਸਕਦਾ, ਕੋਈ ਮਾਇਆ ਛਲਬਲ ਨਹੀਂ ਕਰ ਸਕਦੀ। ਖੀਰ ਭਏ ਸਭ ਤਸਕਰਾ ਗੁਰਮੁਖ ਮਨ ਜਾਂਗੇ। ਕਹਿੰਦੇ ਇਸ ਕਰਕੇ ਭਜਨ ਸਿਮਰਨ ਦੇ ਵਿੱਚ ਜਿਹੜੇ ਜੀਵ ਜਾਗਦੇ ਹਨ, ਜਿਹੜੇ ਸਾਡੇ ਅੰਦਰ ਕਾਮ ਕ੍ਰੋਧ ਵਰਗੇ ਭਾਰੇ ਭਾਰੇ ਚੋਰ ਹਨ, ਉਹ ਵੀ ਫੇਰ ਕੋਈ ਸਾਨੂੰ ਡੁਲਾ ਨਹੀਂ ਸਕਦੇ, ਕਿਉਂਕਿ ਨਾਮ ਦੇ ਵਿੱਚ ਏਡੀ ਸਮਰੱਥਾ ਹੈ, ਇਹ ਸਾਰਿਆਂ ਦਾ ਨਾਸ਼ ਕਰ ਦਿੰਦਾ। ਰਹਾਉ ਬੁੱਧ ਗਰੀਬੀ ਖਰਚ ਲਿਹੋ,
ਹਉਮੈ ਬਿਖ ਜਾਰੋ ਸਾਚਾ ਹਟ ਪੂਰਾ ਸੌਦਾ ਵਖਰ ਨਾਮ ਵਪਾਰੋ। ਮੱਤ ਦੇ ਵਿੱਚ ਗਰੀਬੀ ਧਾਰਨ ਕਰੋ, ਗੁਰਮੁਖ ਹਿਰਦੇ ਗਰੀਬੀ ਆਵੇ। ਕਹਿੰਦੇ ਦੇਖੋ ਬਾਹਰ ਭਾਵੇਂ ਜਿੰਨਾ ਮਰਜੀ ਤੁਸੀਂ ਧਨ ਦੌਲਤ ਕਮਾ ਲਵੋ, ਜਿੰਨਾ ਮਰਜੀ ਤੁਸੀਂ ਸੋਹਣੇ ਤੋਂ ਸੋਹਣੇ ਵਸਤੂਆਂ ਸੰਸਾਰ ਤੇ ਲੈ ਲਵੋ, ਪਰ ਖਿਆਲ ਕਰਿਓ ਉਹ ਵਸਤੂਆਂ ਨੂੰ ਦੇਖ ਦੇਖ ਕੇ ਪਰਮੇਸ਼ਰ ਨਾ ਭੁੱਲ ਜਾਵੇ। ਅੱਗੇ ਵੀ ਆਪ ਜੀ ਦੇ ਚਰਨਾਂ 'ਚ ਬੇਨਤੀ ਕਰ ਚੁੱਕੇ ਇਹਦੇ ਚੀਜ਼ ਦੇ ਉੱਤੇ। ਇਸ ਕਰਕੇ ਕਹਿੰਦੇ ਆਪਣੇ ਆਪ ਨੂੰ ਹਰ ਵੇਲੇ ਇਹ ਆਪਣੇ ਮਨ ਦੇ ਵਿੱਚ ਇਹੀ ਧਿਆਨ ਰੱਖੋ, ਜਿੱਦਾਂ ਕਬੀਰ ਜੀ ਕਹਿੰਦੇ ਨੇ ਕਿ ਮੇਰਾ ਮੁਝ ਮੇਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ। ਬਸ ਸਭ ਕੁਛ ਪਰਮੇਸ਼ਰ ਦਾ ਹੀ ਜਾਣਨਾ, ਪਰਮੇਸ਼ਰ ਦੇ ਹੀ ਗੁਣ ਗਾਉਣੇ, ਜੇ ਜ਼ਿਆਦਾ ਫੇਰ ਵੀ ਜ਼ਿਆਦਾ ਗੁਣ ਗਾਉਣੇ, ਜੇ ਥੋੜਾ ਤਾਂ ਪਰਮੇਸ਼ਰ ਤੋਂ ਮੰਗਣ ਵਾਸਤੇ ਗੁਣ ਗਾਉਣੇ, ਪਰਮੇਸ਼ਰ ਨੂੰ ਹਰ ਰੂਪ ਦੇ ਵਿੱਚ ਜਾਣਨਾ। ਕਹਿੰਦੇ ਇਸ ਕਰਕੇ ਤਤ ਖੀਨ ਭੈ ਸਭ ਤਸਕਰਾ ਗੁਰਮੁਖ ਜਨ ਜਾਗੇ, ਬੁੱਧ ਗਰੀਬੀ ਖਰਚ ਲੇਹੋ ਹਉਮੈ ਬਿਖਜਾਰੋ। ਕਹਿੰਦੇ ਜਦੋਂ ਤੁਸੀਂ ਇਸ ਤਰ੍ਹਾਂ ਸੋਚਣ ਲੱਗ ਪਓਗੇ, ਭਾਵੇਂ ਤੁਸੀਂ ਦੁਨੀਆ ਦੇ ਵੱਡੇ ਤੋਂ ਵੱਡੇ ਰਾਜੇ ਮਹਾਰਾਜੇ ਹੋਵੋਗੇ, ਤਾਂ ਫਿਰ ਕਹਿੰਦੇ ਤੁਹਾਡੇ ਅੰਦਰੋਂ ਹਉਮੈ ਦੀ ਜਿਹੜੀ ਜ਼ਹਿਰ ਹੈ, ਵਿਸ਼ਿਆਂ ਦੀ ਜਿਹੜੀ ਜ਼ਹਿਰ ਹੈ, ਉਹ ਖਤਮ ਹੋ ਜਾਏਗੀ। ਬਸ ਜਦੋਂ ਤੁਸੀਂ ਆਪਣੇ ਆਪ ਦੇ ਬੁੱਧੀ ਦੇ ਵਿੱਚ ਗਰੀਬੀ ਪਾ ਲਈ, ਉਹਦੇ ਰਾਹੀਂ ਇਹ ਜਿਹੜੇ ਵਿਕਾਰੀ ਤੱਤ ਨੇ ਇਹ ਸੜਨਾ ਸ਼ੁਰੂ ਹੋ ਜਾਣਗੇ। ਪਰ ਮਾਲਕ ਕਹਿੰਦੇ ਨੇ ਦੇਖੋ ਬੁੱਧ ਦੇ ਵਿੱਚ ਗਰੀਬੀ ਧਾਰਨ ਕਰੋ, ਤੇ ਨਾਲ ਇਹਨਾਂ ਨੂੰ ਜਿਹੜੇ ਹਉਮੈ ਤੇ ਵਰਗੇ ਜ਼ਹਿਰ ਦੇ ਇਹ ਪਦਾਰਥ ਨੇ, ਇਹਨਾਂ ਨੂੰ ਸਾੜਨਾ ਕਰੋ ਜੀ। ਸਾਚਾ ਹਟ ਪੂਰਾ ਸੌਦਾ ਵਖਰ ਨਾਮ ਵਪਾਰੋ। ਦੇਖੋ ਸਤ ਸੰਗਤ, ਪਰਮੇਸ਼ਰ ਦੀ ਸਤ ਸੰਗਤ ਹੀ ਸੱਚੀ ਹੱਟੀ ਹੈ, ਜਿੱਥੋਂ ਨਾਮ ਪ੍ਰਾਪਤ ਹੁੰਦਾ। ਮਹਾਤਮਾ ਜਿਨ੍ਹਾਂ ਦੀ ਸੰਗਤ ਹੀ ਸੱਚੀ ਹੱਟੀ ਹੈ, ਜਿੱਥੋਂ ਨਾਮ ਤੇ ਸੇਵਾ ਕਰਨਾ ਔਰ ਪਰਮੇਸ਼ਰ ਦੇ ਮਾਰਗ ਦਾ ਗਿਆਨ ਹੁੰਦਾ ਹੈ। ਕਹਿੰਦੇ ਇਹ ਸੱਚਾ ਹੀ ਸੌਦਾ ਹੁੰਦਾ। ਇਸ ਕਾਰਨ ਕਰਕੇ ਵਖਰ ਨਾਮ ਵਪਾਰੋ। ਆਓ ਭਾਈ ਇਹਦੂ ਹੱਟ ਦੇ ਵਿੱਚ ਸਤ ਸੰਗਤ ਦੇ ਵਿੱਚ ਬੈਠ ਕੇ, ਬਖਸ਼ਿਆਂ ਦੀ ਸੰਗਤ ਦੇ ਵਿੱਚ ਬੈਠ ਕੇ ਉਸ ਪਰਮੇਸ਼ਰ ਦੀ ਉਸਤਤ ਵਡਿਆਈ ਦਾ ਆਪਾਂ ਗਿਆਨ ਹਾਸਲ ਕਰ ਲਈਏ, ਤਾਂ ਕਹਿੰਦੇ ਫਿਰ ਉੱਥੇ ਸੱਚੇ ਨਾਮ ਦਾ ਵਪਾਰ ਕਰ। ਉਹ ਹੈ ਸਤਨਾਮ ਵਾਹਿਗੁਰੂ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਉਸਤਤ ਵਡਿਆਈ ਕਰਨੀ। ਇਹ ਕਹਿੰਦੇ ਫਿਰ ਉਥੋਂ ਵਪਾਰ ਕਰ। ਜਿਉ ਪਿੰਡ ਤਨ ਅਰਪਿਆ ਸਈ ਪਤਵੰਤੇ, ਆਪੜਨੇ ਆਪਨੜੇ ਪ੍ਰਭ ਭਾਣਿਆ ਨਿਤ ਕੇਲ ਕਰੰਤੇ। ਪਤਵੰਤੇ ਵਿਰਲੇ ਨੂੰ ਵੀ ਕਹਿੰਦੇ ਹਨ, ਪਤ ਵਾਲੇ ਨੂੰ ਵੀ ਕਹਿੰਦੇ ਹਨ, ਤੇ ਇੱਜ਼ਤ ਵਾਲੇ ਨੂੰ ਵੀ ਕਹਿੰਦੇ ਨੇ, ਪਤਵੰਤੇ ਨੇ। ਕਹਿੰਦੇ ਦੇਖੋ ਜਿਨ੍ਹਾਂ ਨੇ ਤਨ ਮਨ ਧਨ ਜਿਉ ਜਿਉ ਜਿੰਦ ਤੇ ਪਿੰਡ ਸਰੀਰ ਧਨ ਪਰਮੇਸ਼ਰ ਨੂੰ ਦੇ ਦਿੱਤਾ, ਭਾਈ ਉਹੀ ਇੱਜ਼ਤ ਵਾਲੇ ਸੰਸਾਰ ਦੇ ਉੱਤੇ ਹੁੰਦੇ ਹਨ, ਉਹੀ ਪਦਵੰਤੇ ਪੁਰਸ਼ ਹਨ। ਆਪੜ ਨੇ ਪ੍ਰਭ ਭਾਣਿਆ ਨਿਤ ਕੇਲ ਕਰਨ ਤੇ। ਉਹ ਕਿਉਂਕਿ ਪਰਮੇਸ਼ਰ ਨੂੰ ਭਾਗ ਹੈ, ਸੋਹਣੇ ਲੱਗਾ ਹੈ। ਬਸ ਉਹ ਜਦੋਂ ਸੋਹਣੇ ਲੱਗ ਗਏ, ਉਹ ਪਰਮੇਸ਼ਰ ਨੂੰ ਚੰਗੇ ਲੱਗਣ ਲੱਗੇ ਸ਼ੁਰੂ ਹੋ ਗਏ। ਜਿਨ੍ਹਾਂ ਨੂੰ ਪਰਮੇਸ਼ਰ ਚੰਗਾ ਲੱਗਣਾ ਸ਼ੁਰੂ ਹੋ ਗਿਆ, ਉਹ ਪਰਮੇਸ਼ਰ ਨੂੰ ਚੰਗੇ ਲੱਗਣੇ ਸ਼ੁਰੂ ਹੋ ਗਏ, ਤੇ ਸਦਾ ਫਿਰ ਉਹ ਕੇਲ ਕਹਿੰਦੇ ਨੇ ਭਾਈ ਜਿਹੜਾ ਕਿ ਖੁਸ਼ੀਆਂ ਆਨੰਦ ਦਾ, ਫਿਰ ਸਦਾ ਉਹ ਖੁਸ਼ੀਆਂ ਤੇ ਆਨੰਦ ਵਾਲਾ ਹੀ ਜੀਵਨ ਬਤੀਤ ਕਰਦੇ ਨੇ ਉਹਦੇ ਭਾਣੇ ਦੇ ਵਿੱਚ ਰਹਿ ਕੇ। ਦੁਰਮਤ ਮਦ ਜੋ ਪੀਵਤੇ ਬਿਖਲੀ ਪਤ ਕਮਲੀ, ਰਾਮ ਰਸਾਇਣ ਜੋ ਰਤੇ ਨਾਨਕ ਸੱਚ ਅਮਲੀ। ਦੁਰਮਤ ਕਹਿੰਦੇ ਨੇ ਖੋਟੀ ਅਕਲ ਨੂੰ, ਖੋਟੀ ਮਤ ਨੂੰ। ਦੁਰਮਤ ਮਦ ਜਿਹੜੇ ਪਰਮੇਸ਼ਰ ਤੋਂ ਟੁੱਟੇ ਹੋਏ ਨੇ, ਮੈਂ ਕਰਦੇ ਨੇ। ਤੇ ਜਿੱਦਾਂ ਕਬੀਰ ਜੀ ਕਹਿੰਦੇ ਤੂੰ ਕਰਤਾ ਤੂੰ ਹੂੰ ਮੁਝ ਮੇ ਰਹਾ ਨਾ ਹੂੰ, ਜਬ ਆਪਾ ਪਰਖਾ ਮਿਟ ਗਿਆ ਜਤ ਦੇਖਾਂ ਤਤ ਤੂੰ। ਤੇ ਜਿਹੜੇ ਮੈਂ ਕਰਦੇ ਫਿਰਦੇ ਹੁੰਦੇ ਨਾ, ਉਹਨਾਂ ਦੀ ਮਤ ਖੋਟੀ, ਸਤਿਗੁਰ ਦੁਰਮਤ ਖੋਟੀ ਮਤ ਜਿਹੜੇ ਨੇ, ਉਹ ਫਿਰ ਮੋਹ ਮਾਇਆ ਦੇ ਨਸ਼ੇ ਦੇ ਵਿੱਚ ਹਰ ਵੇਲੇ ਹੀ ਗੁਲਤਾਨ ਹੋਏ ਰਹਿੰਦੇ ਹਨ। ਉਹ ਫਿਰ ਮੁਹੰਮੇ ਦੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਸ਼ਿਆਂ ਵਿਕਾਰਾਂ ਦੀ ਜਿਹੜੀ ਸ਼ਰਾਬ ਉਹ ਪੀਂਦੇ ਰਹਿੰਦੇ ਹਨ। ਇਸ ਕਰਕੇ ਉਹ ਬਹੁਤ ਗਲਤ ਜਗ੍ਹਾ ਦੇ ਉੱਤੇ ਵੀ ਜਾਂਦੇ ਨੇ, ਬੇਸ਼ੁਮਾਰ ਦੁਆਰੇ ਵੀ ਤੁਰੇ ਫਿਰਦੇ ਰਹਿੰਦੇ ਹਨ। ਪਰਮੇਸ਼ਰ ਦਾ ਡਰ ਬਹੁਤ ਦੂਰ ਕਰ ਦਿੰਦੇ ਕੀਤਾ ਹੋਇਆ ਹੁੰਦਾ ਨੇ। ਤੇ ਜਿਹੜੇ ਇਸ ਤਰ੍ਹਾਂ ਦੇ ਲੋਕ ਹੁੰਦੇ ਨੇ, ਉਹਨਾਂ ਦੀ ਜਿਹੜੀ ਮੱਤ ਕਹਿੰਦੇ ਉਹ ਕਮਲੀ ਹੁੰਦੀ ਆ। ਕਮਲੀ ਵੀ ਖੀਲੀ ਮਤ ਪਤ ਕਮਲੀ, ਉਹਨਾਂ ਦੀ ਜਿਹੜੀ ਪੱਤ ਹੈ ਉਹ ਕਮਲੀ ਆ। ਬਖੀਲੀ ਜਿਹੜੀ ਹੈ, ਕਹਿੰਦੇ ਬਖੀਲੀ ਮਾਲਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਦੇਖੋ ਉਹ ਜਿਹੜੀ ਉਹਨਾਂ ਦੀ ਦੁਰਾਚਾਰੀ ਮਨੁੱਖ ਦੀ ਜਿਹੜੀ ਮੱਤ ਹੈ ਭਾਈ, ਉਹ ਕਮਲੀ ਹੋਈ ਅੱਜ ਸੰਸਾਰ ਦੇ ਉੱਤੇ ਫਿਰਦੀ ਰਹਿੰਦੀ ਹੈ। ਰਾਮ ਰਸਾਇਣ ਜੋ ਰਤੇ ਨਾਨਕ ਸੱਚ ਅਮਲੀ। ਕਹਿੰਦੇ ਜਿਹੜੇ ਪਰਮੇਸ਼ਰ ਦੇ ਨਾਮ ਦੇ ਵਿੱਚ ਰੰਗੇ ਹੋਏ ਨੇ, ਨਾਮ ਦਾ ਰਸ ਪੀ ਰਹੇ ਨੇ, ਨਾਮ ਦਾ ਅੰਮ੍ਰਿਤ ਪੀ ਰਹੇ ਨੇ, ਕਹਿੰਦੇ ਸੱਚਮੁੱਚ ਹੀ ਉਹੀ
ਅਮਲੀ ਨੇ, ਜਿਨ੍ਹਾਂ ਅਮਲੀਆਂ ਬਾਰੇ ਪਰਮੇਸ਼ਰ ਨੇ ਪਹਿਲਾਂ ਵੀ ਗੱਲ ਕੀਤੀ ਸੀ। ਜਿੱਦਾਂ ਅਮਲੀ ਅਮਲ ਤੋਂ ਬਗੈਰ ਨਹੀਂ ਰਹਿ ਸਕਦਾ, ਕਹਿੰਦੇ ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਦੇ ਵਿਰਲੇ ਗੁਰਮੁਖ ਨੇ ਉਹ ਵੀ ਨਾਮ ਜਪੇ ਤੋਂ ਬਗੈਰ ਨਹੀਂ ਰਹਿ ਸਕਦੇ। ਉਹ ਨਾਮ ਦੇ ਵਿੱਚ ਅਮਲੀ ਹੋ ਜਾਂਦੇ ਨੇ, ਰੰਗੇ ਰਹਿ ਜਾਂਦੇ ਨੇ, ਆਪਣੇ ਆਪ ਨੂੰ ਰੰਗੀ ਜਿਹੀ ਜਾਂਦੇ ਰਹਿੰਦੇ ਨੇ, ਨਾਮ ਧਨ ਇਕੱਠਾ ਕਰਦੇ ਹੀ ਰਹਿੰਦੇ ਨੇ। ਆਸਾ ਮਹਿਲਾ ਪੰਜਵਾਂ, ਉਦਮ ਕੀਆ ਕਰਾਇਆ, ਆਰੰਭ ਰਚਾਇਆ, ਨਾਮ ਜਪੇ ਜਪ ਜੀਵਣਾ, ਗੁਰ ਮੰਤਰ ਦਿਰੜਾਇਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਬਣਾ ਰਹੇ ਹਨ, ਤਿਆਰ ਕਰ ਰਹੇ ਨੇ, ਉਸ ਲਈ ਬਹੁਤ ਸੰਗਤਾਂ ਸੇਵਾ ਦੇ ਵਿੱਚ ਆਉਂਦੀਆਂ, ਸੇਵਾ ਦੇ ਵਿੱਚ ਆਣ ਕੇ ਫਿਰ ਸਤਿਗੁਰ ਦੀ ਉਸਤਤ ਵਡਿਆਈ ਵੀ ਕਰਦੀਆਂ, ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨਿਮਰਤਾ ਦੇ ਵਿੱਚ ਆਉਂਦੇ ਨੇ, ਕਿਉਂਕਿ ਨਿਮਰਤਾ ਹੀ ਸੰਸਾਰ ਤੇ ਸਿਖਾਉਂਦੇ ਨੇ। ਅੰਦਰੋਂ ਚਿੰਤਾ, ਵਿਸ਼ੇ, ਵਿਕਾਰ, ਈਰਖਾ ਸਭ ਕੁਝ ਕੱਢਣਾ ਚਾਹ ਕੇ ਤੁਹਾਨੂੰ ਉਹ ਨਿਰਮਲ ਬਣਾ ਕੇ ਅੰਦਰੋਂ 10 ਦੁਆਰ ਚੋਂ ਅੰਮ੍ਰਿਤ ਚੋਣਾ ਚਾਹੁੰਦੇ ਨੇ। ਹਰ ਵੇਲੇ ਤੁਹਾਨੂੰ ਹਰ ਜੀਵ ਨੂੰ ਇਹ ਨਹੀਂ ਸੋਚੋ ਕਿ ਅਸੀਂ ਜਿਹੜੇ ਜੀਵ ਹਾਂ ਸਾਨੂੰ ਸਾਰਿਆਂ ਤੇ ਕਿਰਪਾ ਨਹੀਂ, ਜੇ ਕਿਤੇ ਇੱਧਰੋਂ ਤੁਰ ਪਏ ਸਾਰਿਆਂ ਤੇ ਕਿਰਪਾ ਉਹਦੀ ਹੈ। ਤੇ ਮਹਾਰਾਜ ਕਹਿੰਦੇ ਉਦਮ ਕੀਆ ਕਰਾਇਆ, ਆਰੰਭ ਰਚਾਇਆ। ਕਹਿੰਦੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸਰੋਵਰ ਖੋਦਿਆ, ਉਹਨਾਂ ਨੇ ਇਹ ਉਦਮ ਕੀਤਾ। ਇਹਨੂੰ ਖੋਦਣ ਤੋਂ ਬਾਅਦ ਸਤਿਗੁਰਾਂ ਨੇ ਸਾਨੂੰ ਪ੍ਰੇਰਨਾ ਦਿੱਤੀ, ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਸੇਵਾ ਲਾ ਦਿੱਤੀ। ਅਸੀਂ ਇਸ ਸੇਵਾ ਦਾ ਨੂੰ ਆਰੰਭ ਕੀਤਾ। ਨਾਮ ਜਪੇ ਜਪ ਜੀਵਣਾ, ਗੁਰ ਮੰਤਰ ਦ੍ਰਿੜਾਇਆ। ਕਹਿੰਦੇ ਨਾਲ ਅਸੀਂ ਜਿੱਥੇ ਜਿੱਥੇ ਇਹ ਸੇਵਾ ਕਰਦੇ ਹਾਂ ਉੱਥੇ ਉੱਥੇ ਉਹ ਪਰਮੇਸ਼ਰ ਦਾ ਬਖਸ਼ਿਸ਼ ਕੀਤਾ ਹੋਇਆ ਸਤਿਨਾਮ ਵਾਹਿਗੁਰੂ ਦਾ ਨਾਮ ਜਪ ਰਹੇ ਹਾਂ, ਉੱਥੇ ਸਾਰਿਆਂ ਤੋਂ ਜਪਵਾ ਰਹੇ ਹਾਂ। ਇਸ ਦੇ ਵਿੱਚ ਹੀ ਸਾਡਾ ਜੀਵਣਾ ਹੈ। ਪਾਏ ਪਰੇ ਸਤਿਗੁਰੂ ਕੈ ਜਿਨ ਪਰਮ ਬਿਦਾਰਿਆ, ਕਰ ਕਿਰਪਾ ਪ੍ਰਭ ਆਪਣੀ ਸੱਚ ਸਾਜ ਸਵਾਰਿਆ। ਪਾਏ ਪਰੇ, ਪਾਏ ਕਹਿੰਦੇ ਨੇ ਪੈਰਾਂ ਨੂੰ। ਆਓ ਉਹਦੇ ਸਤਿਗੁਰ ਕਹਿੰਦੇ ਉਹਦੇ ਪੈਰਾਂ ਤੇ ਜਾ ਕੇ ਪੈ ਜਾਈਏ, ਸਤਿਗੁਰੂ ਦੇ ਪੈਰਾਂ ਦੇ ਉੱਤੇ ਜਾ ਕੇ ਢਹਿ ਪਈਏ ਆਪਾਂ। ਜਿਸ ਨੇ ਸਾਡੇ ਅੰਦਰੋਂ ਸਾਰੇ ਭਰਮਾਂ ਨੂੰ ਦੂਰ ਕੀਤਾ, ਜਿਸ ਭਰਮ ਵਿਦਾਰਿਆ, ਵਿਦਾਰਿਆ ਦਾ ਮਤਲਬ ਹੁੰਦਾ ਖਤਮ ਕੀਤਾ, ਸਾਡੇ ਭਰਮਾਂ ਨੂੰ ਖਤਮ ਕੀਤਾ। ਕਰ ਕਿਰਪਾ ਪ੍ਰਭ ਆਪਣੀ ਸੱਚ ਸਾਜ ਸਵਾਰਿਆ। ਪ੍ਰਭੂ ਨਿਰੰਕਾਰ ਵਾਹਿਗੁਰੂ ਜੀ ਨੇ ਹੀ ਕਿਰਪਾ ਕਰਕੇ ਭਾਈ ਉਹਦੀ ਬਰਕਤ ਦੇ ਨਾਲ, ਪਰਮੇਸ਼ਰ ਦੀ ਕਿਰਪਾ ਦੇ ਨਾਲ ਹੀ, ਸਦਾ ਨਾਮ ਜਪਣ ਦੇ ਨਾਲ ਸਾਡਾ ਉਸ ਨੇ ਜੀਵਨ ਸੋਹਣਾ ਬਣਾ ਦਿੱਤਾ। ਰਹਾਓ ਕਰ ਗਹਿਲੀ ਨੇ ਆਪਣੇ ਸੱਚ ਹੁਕਮ ਰਜਾਈ, ਜੋ ਪ੍ਰਭ ਦਿੱਤੀ ਦਾਤ ਸਾ ਪੂਰਨ ਵਡਿਆਈ। ਵਿਸਰਾਮ ਲਾ ਕੇ ਸਤਿਗੁਰ ਕਹਿੰਦੇ ਨੇ ਕਰ ਗਹਿ ਲੀਨੇ ਆਪਣੇ। ਕਰ ਹੁੰਦਾ ਪਰਮੇਸ਼ਰ ਨੇ ਸਾਡੇ ਮਨ ਰੂਪੀ ਹੱਥ ਨੂੰ ਫੜ ਲਿਆ, ਕਰ ਹੱਥਾਂ ਨੂੰ ਕਹਿੰਦੇ ਨੇ। ਕਹਿੰਦੇ ਕਰ ਗਹਿ ਲੀਨੇ ਆਪਣੇ, ਸਾਡੇ ਹੱਥ ਉਹਨੇ ਫੜ ਲਏ, ਜਾਣੀ ਕਿ ਮਨ ਨੂੰ ਸਤਿਗੁਰਾਂ ਨੇ ਆਪਣੇ ਵਿੱਚ ਉਹਨੂੰ ਕਾਬੂ ਕਰ ਲਿਆ, ਮਨ ਨੂੰ ਫੜ ਲਿਆ ਸਤਿਗੁਰਾਂ ਨੇ। ਕਿੱਦਾਂ? ਸੱਚ ਹੁਕਮ ਰਜਾਈ, ਉਹਦੀ ਆਗਿਆ ਦੇ ਵਿੱਚ ਰਹਿਣ ਦੇ ਨਾਲ, ਉਹਦੇ ਹੁਕਮ ਨੂੰ ਮੰਨਣ ਦੇ ਨਾਲ, ਉਹਦਾ ਨਾਮ ਜਪਣ ਦੇ ਨਾਲ ਪਰਮੇਸ਼ਰ ਨੇ ਇਹ ਮਨ ਰੂਪੀ ਹੱਥਾਂ ਨੂੰ ਫੜ ਲਿਆ। ਜੋ ਪ੍ਰਭ ਦਿੱਤੀ ਦਾਤ ਸਭ ਪੂਰਨ ਵਡਿਆਈ। ਮੇਰੇ ਪਰਮੇਸ਼ਰ ਨੇ ਮੈਨੂੰ ਜਿਹੜੀਆਂ ਦਾਤਾਂ ਦਿੱਤੀਆਂ, ਨਾਮ ਦੀਆਂ ਦਾਤਾਂ ਦਿੱਤੀਆਂ, ਸੇਵਾ ਦੀਆਂ ਦਾਤਾਂ ਦਿੱਤੀਆਂ, ਨਿਮਰਤਾ ਦੀਆਂ ਦਾਤਾਂ ਦਿੱਤੀਆਂ, ਕਹਿੰਦੇ ਇਹਦੇ ਨਾਲ ਹੀ ਪੂਰਨ ਵਡਿਆਈ ਹੋ ਰਹੀ ਹੈ। ਸਦਾ ਸਦਾ ਗੁਣ ਗਾਈਐ ਜਪ ਨਾਮ ਮੁਰਾਰੀ, ਨੇਮ ਨਿਭਾਇਓ ਸਤਿਗੁਰੂ ਪ੍ਰਭ ਕਿਰਪਾ ਤਾਰੀ। ਸੋ ਹੈ ਭਾਈ ਨੇ ਸਦਾ ਸਦਾ ਗੁਣ ਗਾਈਏ, ਸਦਾ ਆਪਾਂ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਜਪਣਾ ਕਰੀਏ ਤੇ ਉਹਦੇ ਹੀ ਗੁਣ ਗਾਉਣਾ ਕਰੀਏ। ਨੇਮ ਨਿਵਾਹਿਓ ਸਤਿਗੁਰੂ ਪ੍ਰਭ ਕਿਰਪਾ ਤਾਰੀ। ਨਿਰੰਕਾਰ ਵਾਹਿਗੁਰੂ ਜੀ ਕਿਰਪਾ ਕਰ ਦੇਵਣ, ਪ੍ਰਭੂ ਦੀ ਮਿਹਰ ਹੋ ਜਾਵੇ ਜਿਸ ਜੀਵ ਦੇ ਉੱਤੇ। ਉਹ ਵੀ ਇਹ ਕਹਿੰਦਾ ਹੁਣ ਮੇਰਾ ਦਿਨ ਰਾਤ ਨਾਮ ਜਪਣ ਦਾ ਸਭ ਤੋਂ ਪਹਿਲਾ ਨੇਮ ਬਣ ਗਿਆ। ਅੰਮ੍ਰਿਤ ਵੇਲੇ ਉੱਠਣਾ ਜਾਂ ਸਵਾ ਪਹਿਰ ਉੱਠਣਾ, ਪਰਮੇਸ਼ਰ ਦੀ ਉਸਤਤ ਵਡਿਆਈ ਦੇ ਵਿੱਚ ਵੱਧ ਤੋਂ ਵੱਧ ਸਮਾਂ ਲਾਉਣਾ, ਔਰ ਜਿੱਦਾਂ ਜਿੱਦਾਂ ਇਹ ਸਮਾਂ ਲੱਗਦਾ ਉਦਾਂ ਹੀ ਆਨੰਦ ਇੰਨਾ ਆਉਂਦਾ, ਪਰ ਸੌਣ ਨੂੰ ਵੀ ਚਿੱਤ ਨਹੀਂ ਕਰਦਾ, ਸੌਣ ਨੂੰ ਚਿੱਤ ਨਹੀਂ ਕਰਦਾ ਭਾਈ, ਨਹੀਂ ਚਿੱਤ ਕਰਦਾ। ਕਦੀ ਇਹਦੇ ਉੱਤੇ ਲੱਗ ਜਾਓ, ਤੁਸੀਂ ਮਨ ਨੂੰ ਇਧਰ ਪਾਸੇ ਰਾਹ ਤੋਰ ਦਿਓ, ਦੇਖੋ ਕਿੰਨਾ ਇਹਦੇ ਵਿੱਚ ਨਜ਼ਾਰਾ, ਕਿੰਨਾ ਆਨੰਦ ਹੈ। ਜੇ 1 ਘੰਟਾ ਤੁਹਾਨੂੰ ਨੀਂਦ ਆ ਗਈ ਨਾ ਤਾਂ ਸਮਝ ਲਓ 24 ਘੰਟਿਆਂ ਦਾ ਹੀ ਤੁਹਾਡੀ ਬੈਟਰੀ ਚਾਰਜ ਹੋ ਜਾਂਦੀ ਆ। ਥਕੇਮਾ ਨਹੀਂ ਹੁਣ ਦਿੰਦੇ ਪਰਮੇਸ਼ਰ ਜੀ।
ਨਾਮ ਧਨ ਗੁਣ ਗਾਉ, ਲਾਭ ਪੂਰੇ ਗੁਰ ਦਿੱਤਾ। ਵਣਜਾਰੇ ਸੰਤ ਨਾਨਕਾ, ਪ੍ਰਭ ਸਾਹੋ ਅਮਿਤਾ। ਮੇਰੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਦੇ ਨਾਲ ਮੈਨੂੰ ਧਨ, ਉਹ ਧਨ ਦਾ ਲਾਭ ਹੋ ਗਿਆ, ਜਿਹੜਾ ਧਨ ਮੈਨੂੰ ਲੋਕ ਤੋਂ ਪਰਲੋਕ ਦੇ ਵਿੱਚ ਸਹਾਇਕ ਮੇਰਾ ਹੁੰਦਾ। ਇਹ ਲਾਭ ਮੇਰੇ ਪੂਰੇ ਗੁਰੂ ਨੇ ਮੈਨੂੰ ਦਿੱਤਾ, ਪੂਰੇ ਗੁਰ ਦਿੱਤਾ, ਪੂਰੇ ਗੁਰੂ ਨੇ ਦਿੱਤਾ। ਵਣਜਾਰੇ ਸੰਤ ਨਾਨਕਾ, ਪ੍ਰਭ ਸਾਹੋ ਮਿੱਤਾ। ਕਹਿੰਦੇ ਇਹ ਵਣਜਾਰੇ, ਵਣਜ ਕਰਨ ਵਾਲੇ ਜਿਹੜੇ ਹੁੰਦੇ ਨੇ ਭਾਈ, ਉਹਨਾਂ ਨੂੰ ਵਣਜਾਰੇ ਕਹਿੰਦੇ ਨੇ। ਨਿਰੰਕਾਰ ਵਾਹਿਗੁਰੂ ਜੀ ਪ੍ਰਮਾਤਮਾ ਜੀ ਅਮਿਤ, ਜਿਹਦਾ ਆਦਿ ਅੰਤ ਨਹੀਂ ਪਾਇਆ ਜਾ ਸਕਦਾ, ਜਿਹਦੇ ਖਜ਼ਾਨੇ ਸਦਾ ਹੀ ਭਰਪੂਰ ਰਹਿੰਦੇ ਹਨ। ਦੇ ਲੈਂਦੇ ਥੱਕ ਪਾਏ, ਜੁਗਾ ਜਗੰਤਰ ਖਾਹੀ ਖਾਏ। ਜੁਗਾ ਜਗੰਤਰਾਂ ਤੋਂ ਖੇਡ ਵਰਤਦੀ ਆ ਰਹੀ ਆ। ਕਹਿੰਦੇ ਦੇਖੋ ਉਸ ਦੇ ਭੰਡਾਰੇ ਸਦਾ ਹੀ ਭਰਪੂਰ ਰਹਿੰਦੇ ਹਨ, ਅਮਿਤ ਨੇ। ਤੇ ਉਹ ਅਮਿਤ ਸ਼ਾਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਜੀ, ਜਿਹੜੇ ਉਹਦੇ ਸੰਤ ਨੇ, ਜਿਹੜੀ ਉਸ ਦੀ ਦੱਸੀ ਹੋਈ ਮਰਜ਼ਾਦਾ ਦੇ ਵਿੱਚ ਆ ਜਾਂਦੇ ਨੇ ਭਾਈ, ਉਹ ਫਿਰ ਸਤਿਗੁਰ ਦੇ ਵਣਜਾਰੇ ਬਣ ਕੇ ਨਾਮ ਧਨ ਦਾ ਹੀ ਉਹਨਾਂ ਦੇ ਕੋਲੋਂ ਵਣਜ ਕਰਦੇ ਹਨ, ਪਰਮੇਸ਼ਰ ਦੇ ਕੋਲੋਂ ਨਾਮ ਧਨ ਹੀ ਮੰਗਦੇ ਹਨ। ਆਸਾ ਮਹਿਲਾ ਪੰਜਵਾਂ, ਜਾਂ ਕਾ ਠਾਕੁਰ ਤੂੰ ਹੀ ਪ੍ਰਭ, ਤਾਂ ਕੇ ਵੱਡ ਭਾਗਾ। ਉਹ ਸੁਹੇਲਾ ਸਦ ਸੁਖੀ, ਸਭ ਭ੍ਰਮ ਪਾਉ ਭਾਗਾ। ਜਿਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਜਿਹਦੇ ਸਿਰ ਦੇ ਸਾਈਂ ਬਣ ਜਾਂਦੇ ਨੇ, ਜਿਹੜੇ ਮਾਲਕ ਬਣ ਜਾਂਦੇ ਨੇ, ਜਿਹਦਾ ਠਾਕਰ ਜਿਹਦੇ ਸਿਰ ਤੇ ਹੱਥ ਰੱਖ ਦਿੰਦੇ ਨੇ, ਉਹੀ ਜੀਵ ਵੱਡੇ ਭਾਗਾਂ ਵਾਲਾ ਬਣ ਜਾਂਦਾ ਹੈ। ਇੱਥੇ ਇੱਕ ਮੈਂ ਆਪ ਜੀ ਦੇ ਨਾਲ ਥੋੜਾ ਜਿਹਾ ਬਚਨ ਮੇਰੇ ਬੈਠੇ ਬੈਠੇ ਹਿਰਦੇ ਦੇ ਵਿੱਚ ਆਇਆ, ਸਾਂਝਾ ਕਰਨਾ ਚਾਹੁੰਦਾ। ਇੱਕ ਨਾ ਮਾਤਾ ਆਪਣੇ ਨੌ ਪੁੱਤ ਨੂੰ ਲੈ ਕੇ ਇੱਕ ਸੰਤ ਮਹਾਤਮਾ ਦੀ ਕੁਟੀਆ ਦੇ ਵਿੱਚ ਚਲੇ ਗਈ। ਧਿਆਨ ਨਾਲ ਸੁਣਿਓ, ਇਹਦੇ ਵਿੱਚੋਂ ਬੜਾ ਲਾਭ ਮਿਲੂ ਆਪ ਜੀ ਨੂੰ। ਉਹ ਸੰਤ ਮਹਾਤਮਾ ਦੀ ਕੁਟੀਆ ਦੇ ਵਿੱਚ ਚਲੇ ਗਈ ਤੇ ਤਾਂ ਉਹਨਾਂ ਨੇ ਜਿਹੜੇ ਬਾਹਰ ਉੱਥੇ ਸੇਵਾਦਾਰ ਸਨ, ਉਹਨਾਂ ਨੂੰ ਪੁੱਛਣ ਲੱਗੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼। ਅਸੀਂ ਪਹਿਲਾਂ ਉਹਨਾਂ ਨੂੰ ਜਾ ਕੇ ਨਮਸਕਾਰ ਕਰਨੀ, ਨਮਸਕਾਰ ਕੀਤੀ ਕਰਕੇ ਜਦੋਂ ਬਾਹਰ ਆਈ ਆਖਣ ਲੱਗੀ ਸੰਤ ਮਹਾਂਪੁਰਸ਼ ਕਿੱਥੇ ਨੇ। ਇੱਕ ਸੇਵਾਦਾਰ ਨੂੰ ਪੁੱਛਿਆ ਵੀ ਸੰਤ ਮਹਾਂਪੁਰਸ਼ ਕਿੱਥੇ ਨੇ, ਜਿਹੜੇ ਇੱਥੇ ਦੇ ਮੁਖੀ ਨੇ ਹਿੰਦੁਸਤਾਨ ਦੇ। ਆਖਣ ਲੱਗੇ ਉਹ ਤਾਂ ਬਾਹਰ ਗਏ ਹੋਏ ਨੇ, ਆ ਜਾਣਗੇ, ਕੋਈ ਨਹੀਂ ਤੁਸੀਂ ਇੰਤਜ਼ਾਰ ਕਰੋ, ਘੰਟੇ 2 ਘੰਟਿਆਂ ਦੇ ਵਿੱਚ ਆ ਜਾਣਗੇ, ਜਾਂ 4 ਘੰਟੇ ਜਾ ਜਾਣਗੇ, ਆ ਜ਼ਰੂਰ ਜਾਣਗੇ। ਉਹ ਮਾਤਾ ਆਖਣ ਲੱਗੀ ਠੀਕ ਹੈ। ਜਦੋਂ ਘੰਟਾ 1.5 ਘੰਟਾ ਬੈਠਿਆ ਨੂੰ ਹੋ ਗਿਆ, ਉਹ ਜਿਹੜੇ ਬੱਚੇ ਸਨ ਉਹ ਥੋੜੇ ਜਿਹਾ ਤਰਲੋ ਮੱਛੀ ਜਿਹੇ ਹੋ ਗਏ, ਕਿਉਂਕਿ ਅੱਜ ਕੱਲ ਦੇ ਬੱਚੇ ਜਿਹੜੇ ਆ ਨਾ, ਕਿਉਂਕਿ ਨਾਮ ਜਪਦੇ ਨਹੀਂ, ਸੇਵਾ ਕਰਦੇ ਨਹੀਂ, ਬਸ ਟੈਲੀਫੋਨਾਂ ਦੇ ਉੱਤੇ ਟਾਈਮ ਆਪਣਾ ਵੇਸਟ ਕਰੀ ਜਾਂਦੇ ਰਹਿੰਦੇ ਨੇ, ਬਸ ਜਾਂ ਹੋਰ ਜਿਹੜੇ ਕੰਮਾਂ ਦੇ ਵਿੱਚ ਨੇ, ਜਿਹੜੇ ਬੇਫਜ਼ੂਲ ਕੰਮਾਂ ਦੇ ਵਿੱਚ, ਉਹਨਾਂ ਦੇ ਵਿੱਚ ਹੀ ਲੱਗੇ ਰਹਿੰਦੇ ਹਨ। ਤਾਂ ਇਹਨਾਂ ਤੇ ਬਹੁਤ ਛੇਤੀ ਗੁੱਸੇ ਦੇ ਵਿੱਚ ਆ ਜਾਂਦੇ। ਕ੍ਰੋਧ ਇਹਨਾਂ ਦੇ ਅੰਦਰ ਤਾਂ ਇਦਾਂ ਰੱਖਿਆ ਜਿੱਦਾਂ ਕਿਤੇ ਸਾਰਾ ਸਰੀਰ ਕ੍ਰੋਧ ਦੇ ਵਿੱਚ ਹੀ ਇਹਨਾਂ ਦਾ ਜਲਦਾ ਹੀ ਹੋਵੇ ਹਰ ਵੇਲੇ। ਤਾਂ ਉਹ ਬੱਚੇ ਵੀ ਜਿਹੜੇ ਸਨ ਆਖਣ ਲੱਗੇ ਮਾਤਾ ਛੇਤੀ ਚਲੀਏ, ਬਹੁਤ ਵੀ ਕਈ ਕੰਮ ਕਰਨੇ ਨੇ, ਤੂੰ ਜਿਹੜੇ ਸੰਤ ਮਹਾਤਮਾ ਦੇ ਇੰਤਜ਼ਾਰ ਕਰ ਰਹੀ ਹੈ ਉਹ ਪਤਾ ਨਹੀਂ ਕਦੋਂ ਆਉਣ ਕਦੋਂ ਨਾ ਆਉਣ, ਹੈ ਨਹੀਂ। ਉਹ ਆਖਣ ਲੱਗੇ ਥੋੜਾ ਚਿਰ ਹੋਰ ਇੰਤਜ਼ਾਰ ਕਰ ਲਓ। ਜਾਨੂੰ ਨਾ ਉੱਥੇ ਇੱਕ ਸੇਵਾਦਾਰ ਪ੍ਰਸ਼ਾਦ ਦੇ ਰਿਹਾ ਹੁੰਦਾ ਸੀ। ਉਹ ਪ੍ਰਸ਼ਾਦ ਦੇਣ ਵਾਲਾ ਸੇਵਾਦਾਰ ਆਖਣ ਲੱਗਾ ਮਾਤਾ ਕੀ ਗੱਲ ਹੋਈ ਆ ਜਿਹੜਾ ਤੁਸੀਂ ਇੰਨੀ ਬੇਸਬਰੀ ਦੇ ਨਾਲ ਉਸ ਸੰਤ ਮਹਾਤਮਾ ਦੇ ਇੰਤਜ਼ਾਰ ਵਿੱਚ ਹੋ। ਉਹ ਆਖਣ ਲੱਗੀ ਨਹੀਂ ਕੁਛ ਨਹੀਂ, ਬਸ ਅਸੀਂ ਉਹਨਾਂ ਦੇ ਨਾਲ ਹੀ ਗੱਲ ਕਰਨੀ। ਉਹ ਕਹਿੰਦੇ ਮਾਤਾ ਗੱਲ ਕਰ ਲਾ ਸਾਡੇ ਨਾਲ, ਹੁਣ ਦੇਖਿਓ ਮੈਂ ਜਿਹੜੀ ਜਿੱਥੇ ਲਿਆਉਣੀ ਆ ਉਹ ਤੁਹਾਨੂੰ ਪਤਾ ਲੱਗ ਜਾਣਾ। ਹੁਣ ਉਹ ਆਖਣ ਲੱਗਾ ਦੱਸ ਮਾਤਾ ਗੱਲ ਕੀ ਆ। ਉਹ ਆਖਣ ਲੱਗੀ ਨਹੀਂ ਅਸੀਂ ਸੰਤਾਂ ਨਾਲ ਹੀ ਗੱਲ ਕਰਨੀ ਆ। ਉਹ ਆਖਣ ਲੱਗਾ ਮਾਤਾ ਮੈਂ ਸੰਤਾਂ ਦਾ ਹੀ ਸੇਵਾਦਾਰ ਹਾਂ, ਉਹਨਾਂ ਦੀ ਆਗਿਆ ਦੇ ਵਿੱਚ ਹੀ ਰਹਿੰਦਾ ਹਾਂ, ਉਹਨਾਂ ਦੇ ਦੱਸੇ ਹੋਏ ਮਾਰਗ ਦੇ ਉੱਤੇ ਤੁਰ ਰਿਹਾ, ਪਰਮੇਸ਼ਰ ਦੇ ਨਾਲ ਮਿਲਣ ਦਾ ਮੇਰੇ ਅੰਦਰ ਵੀ ਬਹੁਤ ਚਾਅ ਹੈ, ਤੂੰ ਦੱਸ ਕੀ ਗੱਲ ਹੈ। ਆਖਣ ਲੱਗੇ ਸੰਤਾਂ ਤੋਂ ਅਰਦਾਸ ਕਰਾਉਣੀ ਸੀ, ਮੇਰੇ ਆ ਧੀ ਪੁੱਤ ਨੇ ਨਾਲ ਇਹਨਾਂ ਦੇ ਘਰ ਪੁੱਤਰ ਆ ਜਾਵੇ। ਉਹ ਜਿਹੜਾ ਸੇਵਾਦਾਰ ਸੀ ਆਖਣ ਲੱਗਾ ਮਾਤਾ ਵੀ ਆਹ ਹੀ ਕੰਮ ਆ, ਇਹ ਤਾਂ ਕੰਮ ਮੈਂ ਕਰ ਦੇਣਾ। ਉਹ ਕਹਿੰਦੀ ਨਹੀਂ ਤੇ ਤੂੰ ਨਹੀਂ ਕਰਾਉਣਾ ਹੈਗਾ, ਸੰਤਾਂ ਤੋਂ ਕਰਾਉਣਾ। ਕਹਿੰਦਾ ਮੈਂ ਇਹ ਤੁਹਾਡੀ ਅਰਦਾਸ ਕਰ ਦੇਣਾ, ਤੁਸੀਂ ਫਿਕਰ ਨਾ ਕਰੋ, ਐਸੀ ਕੋਈ ਗੱਲ ਨਹੀਂ। ਜਾਣੀ ਕਿ ਉਹਨੇ ਜੀ ਬਹੁਤ ਵਾਰ ਕਹਿਣ ਦੇ ਉੱਤੇ ਉਹ ਮਾਤਾ ਆਖਣ ਲੱਗੀ ਵੀ ਪਤਾ ਨਹੀਂ ਸੰਤਾਂ ਨੇ ਕਦੇ ਆਉਣਾ, ਚਲੋ ਇਹਨਾਂ ਤੋਂ ਹੀ ਕਰਾ ਲੈਨੇ, ਪਰ ਭਰੋਸਾ ਨਹੀਂ ਪੂਰੀ ਤੌਰ ਦੇ ਉੱਤੇ ਵੱਜਿਆ। ਉਹ ਆਖਣ ਲੱਗਾ ਹੱਥ ਮੂੰਹ ਧੋ ਕੇ ਆ ਜਾਵੋ। ਹੱਥ ਮੂੰਹ ਧੋ ਕੇ ਆਏ। ਉਹ ਜਿਹੜਾ ਸੰਤਾਂ ਦਾ ਇਹ ਪਿਆਰਾ ਸੀ, ਜਿਹੜਾ ਸੰਤਾਂ ਦੇ ਰਜ਼ਾ ਦੇ ਵਿੱਚ ਸੇਵਾ ਦੇ ਵਿੱਚ ਹਰ ਵੇਲੇ ਰਹਿੰਦਾ ਹੁੰਦਾ ਸੀ, ਉਸ ਨੇ ਭਾਈ ਅਰਦਾਸ ਕੀਤੀ। ਅਰਦਾਸ ਕਰਨ ਤੋਂ ਬਾਅਦ ਇਹਨਾਂ ਨੂੰ ਕਹਿੰਦਾ ਜਾਓ ਪ੍ਰਸ਼ਾਦ ਦੇਤਾ, ਤਾਂ ਉਹਨਾਂ ਨੂੰ ਭੇਜ ਦਿੱਤਾ। ਜੋ ਚਲ ਗਏ, ਜਦੋਂ ਸਾਲ 1.5 ਸਾਲ ਹੋਇਆ ਤੇ ਉਹ ਮਾਤਾ ਫੇਰ ਆ ਗਈ ਉੱਥੇ ਉਦੋਂ ਹੀ ਡੇਰੇ ਦੇ ਉੱਤੇ। ਜਦੋਂ ਡੇਰੇ ਦੇ ਉੱਤੇ ਆਈ
ਤੇ ਕੀ ਦੇਖ ਉੱਥੇ ਦੀ ਸੰਗਤ ਦੇਖਦੀ ਮਾਤਾ ਨਾਲ 9 ਪੁੱਤ ਤੇ ਨਾਲ ਇੱਕ ਛੋਟਾ ਜਿਹਾ ਲਾਲ ਉਹਨੇ ਚੱਕਿਆ ਹੋਇਆ ਹੈ। ਉਹ ਆਣ ਕੇ ਆਖਣ ਲੱਗੀ ਵੀ ਜਿਸ ਗੁਰਮੁਖ ਨੇ ਸਾਡੀ ਇੱਥੇ ਅਰਦਾਸ ਕੀਤੀ ਸੀ, ਉਹ ਜਿਹੜਾ ਪ੍ਰਸ਼ਾਦ ਦਿਆ ਕਰਦਾ ਹੁੰਦਾ ਸੀ ਭਾਈ, ਉਹ ਸੇਵਾਦਾਰ ਕਿੱਥੇ ਹੋਣਾ ਹੈ? ਉਹ ਆਖਣ ਲੱਗੇ ਮਾਤਾ ਵੀ ਉਹ ਹੁਣ ਇੱਥੇ ਤਾਂ ਸੇਵਾ ਨਹੀਂ ਕਰਦਾ। ਕਹਿੰਦੀ ਕਿੱਥੇ ਸੇਵਾ ਕਰਦਾ? ਉਹ ਆਖਣ ਲੱਗੇ ਉਹ ਸੇਵਾ ਕਰਦਾ ਲੰਗਰਾਂ ਦੇ ਵਿੱਚ। ਜਾਂ ਲੰਗਰਾਂ ਦੇ ਵਿੱਚ ਦੇਖੀ ਜਿਹਦੇ ਵਸਤਰਾਂ ਤੇ ਸਭ ਤੋਂ ਜ਼ਿਆਦਾ ਦਾਲ ਡੁੱਲੀ ਹੋਏਗੀ ਉਹੀ ਹੈ। ਹੁਣ ਨਿਮਰਤਾ ਕਿੱਦਾਂ ਆਉਂਦੀ ਅੰਦਰ ਤੇ ਕਿੰਨਾ ਭਰੋਸਾ ਬਣ ਜਾਂਦਾ ਇਸ ਤਰ੍ਹਾਂ ਗੁਰਮੁਖਾਂ ਦਾ। ਉਹ ਜਦੋਂ ਉਹਦੇ ਕੋਲ ਗਈ ਆਖਣ ਲੱਗੀ ਮੈਂ ਤੁਹਾਡਾ ਵਾਰ-ਵਾਰ ਧੰਨਵਾਦ ਕਰਨ ਆਈ ਹਾਂ, ਰੋਮ ਕਰਕੇ ਤੁਹਾਡੀ ਕੀਤੀ ਹੋਈ ਅਰਦਾਸ ਦਾ ਸਦਕਾ ਮੇਰੇ ਘਰ ਦੇ ਵਿੱਚ ਪੋਤਾ ਆ ਗਿਆ। ਉਹ ਹੱਥ ਜੋੜ ਕੇ ਆਖਣ ਲੱਗਾ ਮਾਂ ਕਿੱਥੇ ਭੁੱਲੀ ਫਿਰਨ ਡਈ ਆ? ਕਹਿੰਦੇ ਜਿਹੜਾ ਮਾਲਕ ਉਹਨੂੰ ਛੱਡ ਕੇ ਤੂੰ ਨੌਕਰ ਦੇ ਕੋਲ ਤੁਰੀ ਫਿਰਨ ਡਈ ਆ। ਜਾ ਕਹਿੰਦੇ ਜਾ ਕੇ ਸ਼ਹਿਨशाह ਲਾ ਜਾ, ਪ੍ਰਕਾਸ਼ ਅੰਦਰ ਹੈ, ਉਹ ਕੋ ਜਾ ਕੇ ਸ਼ੁਕਰਾਨਾ ਕਰ। ਉਹਨੇ ਦਿੱਤਾ ਮੈਂ ਨਹੀਂ ਦਿੱਤਾ, ਮੈਂ ਤਾਂ ਉਹਦੇ ਭਰੋਸੇ ਦੀ ਅਰਦਾਸ ਕੀਤੀ ਸੀ। ਇਹਨਾਂ ਅਰਦਾਸ ਦੇ ਉੱਤੇ ਭਰੋਸਾ ਗੁਰਮੁਖ ਨੂੰ ਹੋਣਾ ਚਾਹੀਦਾ। ਭਾਈ ਇੱਥੇ ਵੀ ਪਰਮੇਸ਼ਰ ਜੀ ਕਹਿੰਦੇ ਨੇ ਉਹ ਵੱਡੇ ਭਾਗਾਂ ਵਾਲੇ ਬਣ ਜਾਂਦਾ ਜਿਹੜਾ ਸੇਵਾ ਸਿਮਰਨ ਸਤ ਸੰਤੋਖ ਦੇ ਵਿੱਚ ਆ ਜਾਂਦਾ, ਸਹਿਜ ਅਵਸਥਾ ਦੇ ਵਿੱਚ ਆ ਜਾਂਦਾ ਔਰ ਡੋਲਤਾ ਦੇ ਵਿੱਚ ਆ ਜਾਂਦਾ। ਉਹ ਫਿਰ ਜਿਹਦੇ ਸਿਰ ਤੇ ਪਰਮੇਸ਼ਰ ਦਾ ਸਾਈਂ ਦਾ ਹੱਥ ਆ ਗਿਆ, ਸਮਰੱਥ ਗੁਰੂ ਸਿਰ ਹੱਥ ਧਰਿਓ, ਰਾਮਦਾਸ ਗੁਰੂ ਹਰ ਸਤ ਕੀਓ, ਸਮਰੱਥ ਗੁਰੂ ਸਿਰ ਹੱਥ ਧਰਿਓ। ਜਿਹਦੇ ਸਿਰ ਤੇ ਉਹਨਾਂ ਹੱਥ ਰੱਖ ਦਿੱਤਾ ਭਾਈ ਉਹ ਵੱਡੇ ਭਾਗਾਂ ਵਾਲਾ ਬਣ ਜਾਂਦਾ। ਉਹਦੀ ਗੱਲ ਵੀ ਪਰਮੇਸ਼ਰ ਜੀ ਮੋੜਦੇ ਨਹੀਂ, ਪਰ ਉਹਦੇ ਅੰਦਰ ਵੀ ਗਰੀਬੀ ਇੰਨੀ ਆ ਜਾਣੀ ਚਾਹੀਦੀ, ਆਪਣੀ ਵਡਿਆਈ ਨਹੀਂ ਪਰਮੇਸ਼ਰ ਦੀ ਹੀ ਵਡਿਆਈ ਕਰਾਵੇ। ਉਹ ਸੁਹੇਲਾ ਸਦਾ ਸੁਖੀ ਸਭ ਭਰਮ ਭਾਗਾ। ਭਾਈ ਇਸ ਤਰ੍ਹਾਂ ਦਾ ਜਿਹੜਾ ਗੁਰਮੁਖ ਹੁੰਦਾ ਉਹ ਸਦਾ ਹੀ ਸੁਹੇਲਾ ਜਾਣੀ ਕਿ ਸੋਭਨੀਕ ਤੇ ਸੁਖੀ ਰਹਿੰਦਾ ਹੈ। ਉਹਦੇ ਸਾਰੇ ਭਰਮ ਦੌੜ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਹਮ ਚਾਕਰ ਗੋਬਿੰਦ ਕੇ ठाकुर मेरा पारा, करण करावण सगल विद सो सतगुरु हमारा। ਉਹ ਤਾਂ ਹੱਥ ਜੋੜ ਕੇ ਕਹਿੰਦੇ ਜਿੱਦਾਂ ਮਾਤਾ ਨੂੰ ਕਹਿਣ ਡਿਆ ਵੀ ਮੈਂ ਤਾਂ ਨੌਕਰ ਹਾਂ, ਅੰਦਰ ਬੈਠਾ ਸ਼ਹਿਨशाह ਪਾਤਸ਼ਾਹ ਅੰਦਰ ਹੈ। ਕਹਿੰਦੇ ਵੀ ਉਹ ਕਹਿੰਦੇ ਨੇ ਅਸੀਂ ਤਾਂ ਉਸ ਚਾਕਰ ਹਾਂ ਉਸ ਗੋਬਿੰਦ ਦੇ, ਉਹ ਤਾਂ ਬਹੁਤ ਭਾਰਾ ਹੈ, ਬਹੁਤ ਵੱਡਾ ਹੈ ਮੇਰਾ ਪਰਮੇਸ਼ਰ। ਕਰਨ ਕਰਾਵਣ ਸਗਲ ਵਿਦ ਸੋ ਸਤਿਗੁਰੂ ਹਮਾਰਾ, ਸਭ ਵਿਧੀਆਂ ਨੂੰ ਜਾਣਨ ਵਾਲਾ ਕਰਨ ਵਾਲਾ ਨਿਰੰਕਾਰ ਵਾਹਿਗੁਰੂ ਆਪ ਹੈ। ਉਹੀ ਨਿਰੰਕਾਰ ਵਾਹਿਗੁਰੂ ਸਭ ਕੁਝ ਜਾਣਦੇ ਹਨ ਤੇ ਉਹੀ ਸਾਡੇ ਖਸਮ ਹਨ, ਰਹਾਓ ਸਤਿਗੁਰੂ ਹਨ। ਦੂਜਾ ਨਹੀਂ ਔਰ ਕੋ ਤਾਂਕਾ ਪੋ ਕਰੀਐ, ਗੁਰ ਸੇਵਾ ਮਹਲ ਪਾਈਐ ਜਗ ਦੁੱਤਰ ਤਰੀਐ। ਵਿਸਰਾਮ ਲਾ ਕੇ ਪਰਮੇਸ਼ਰ ਜੀ ਕਹਿੰਦੇ ਦੂਜਾ ਨਹੀਂ ਔਰ ਕੋ ਤਾਂਕਾ ਪੋ ਕਰੀਏ। ਕਹਿੰਦੇ ਪਰਮੇਸ਼ਰ ਅਕਾਲ ਪੁਰਖ ਧੰਨ ਗੁਰੂ ਨਾਨਕ ਨਿਰੰਕਾਰ ਜੀ ਦੇ ਕੋਲੋਂ ਬਗੈਰ ਹੋਰ ਕੋਈ ਦੂਜਾ ਨਹੀਂ ਹੈ। ਇਸ ਵਾਸਤੇ ਕਿਸੇ ਤੋਂ ਡਰਨ ਦੀ ਜ਼ਰੂਰਤ ਨਹੀਂ। ਆ ਮੈਂ ਉੱਥੇ ਬੇਨਤੀ ਕੀਤੀ ਸੀ ਨਾ, ਥੋੜਾ ਚਿਰ ਹੀ ਹੋਇਆ ਪੰਜਾਬ ਦੇ ਵਿੱਚੋਂ ਆਇਆ ਨੂੰ। ਇੱਕ ਦਿਨ ਪੰਡਿਤ ਬਹਿ ਗਿਆ ਮੇਰੇ ਕੋਲ, ਕਿੰਨੇ ਮੈਂ ਅਸੀਂ ਗੱਲਾਂ ਬਾਤਾਂ ਕਰਦੇ ਮੈਂ ਪੁੱਛਿਆ ਪੰਡਿਤ ਜੀ ਮੈਨੂੰ ਯਾਰ ਇੱਕ ਚੀਜ਼ ਦੀ ਸਮਝ ਨਹੀਂ ਪੈਣ ਦੀ। ਆਖਣ ਲੱਗਾ ਬਾਬਾ ਜੀ ਕਿਹੜੀ ਚੀਜ਼ ਹੈ? ਮੈਂ ਕਿਹਾ ਵੀ ਤੁਹਾਡੇ ਜਿਹੜੇ ਵੱਡੇ ਵਡੇਰੇ ਜਿੰਨੇ ਹੋਏ ਆ, ਚਾਹੇ ਵਿਸ਼ਿਸ਼ਟ ਮੁਨੀ ਜੀ ਹੋਏ, ਚਾਹੇ ਬਿਆਸ ਜੀ ਹੋਏ ਨੇ, ਚਾਹੇ ਹੋਰ ਇਸ ਰੂਪ ਦੇ ਵਿੱਚ ਜਿਹੜੇ ਮੁਨੀ ਹੋਏ ਨੇ ਤੁਹਾਡੇ, ਵੀ ਉਹ ਬੰਦਗੀ ਤਾਂ ਨਹੀਂ ਬੜੀ ਕੀਤੀ, ਬੜਾ ਲੰਬਾ ਜੀਵਨ ਤੇ ਫਿਰ ਬੜੇ ਪਦ ਪਦਾਰਥ ਵੀ ਉਹਨਾਂ ਨੇ ਪਾ ਲਏ ਬੰਦਗੀ ਕਰਕੇ, ਪਰ ਅੰਦਰੋਂ ਕ੍ਰੋਧ ਨਹੀਂ ਗਿਆ। ਕਹਿੰਦੇ ਉਹ ਕਿਤਾ ਮੈਂ ਕਿਹਾ ਝੱਟ ਸਰਾਫ ਦੇਣ ਨੂੰ ਤਿਆਰ ਹੋ ਜਾਂਦੇ ਨੇ, ਝੱਟ ਸਰਾਫ ਦੇਣ ਲੱਗ ਪੈਂਦੇ ਹੁੰਦੇ ਸਨ। ਕਹਿੰਦੇ ਇਹ ਤਾਂ ਗੱਲ ਸਹੀ ਆ। ਮੈਂ ਸਾਡੇ ਸਤਿਗੁਰੂ ਤੱਤੀ ਤਵੀ ਦੇ ਉੱਤੇ ਬੈਠ ਕੇ ਵੀ ਇਹੀ ਕਹਿੰਦਾ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੈ। ਤੇ ਪੰਡਿਤ ਜੀ ਹੁਣ ਕਿਹੜੇ ਧਰਮ ਨੂੰ ਤੁਸੀਂ ਸ੍ਰੇਸ਼ਟ ਕਹੋਗੇ? ਇਹ ਆਖਣ ਲੱਗੇ ਜੀ ਗੁਰੂ ਨਾਨਕ ਨਿਰੰਕਾਰ ਦਾ ਧਰਮ ਹੀ ਸਭ ਤੋਂ ਸ੍ਰੇਸ਼ਟ ਹੈ, ਪਰ ਇਹ ਕਰੀਏ ਕੀ? ਇਹ ਪੇਟ ਦੀ ਖਾਤਰ ਅਸੀਂ ਵੀ ਪੰਡਿਤ ਬਣ ਕੇ ਲੋਕਾਂ ਨੂੰ ਫਿਰ ਵੇਦਾਂ ਦਾ ਗਿਆਨ ਦੇ ਰਹੇ ਹਾਂ। ਫਿਰ ਇੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਦੂਜਾ ਨਹੀਂ ਪਰਮੇਸ਼ਰ ਵਰਗਾ ਕੋਈ ਵੀ, ਗੁਰੂ ਨਾਨਕ ਵਰਗਾ ਦੂਜਾ ਕੋਈ ਨਹੀਂ। ਨਾਨਕ ਨਿਰੰਕਾਰ ਜੀ ਕਿਤੇ ਗਏ ਵੀ ਨਹੀਂ, ਸਾਡੇ ਨਾਲ ਹੀ ਹਨ। ਇਸ ਕਰਕੇ ਕਿਸੇ ਦਾ ਡਰ ਨਹੀਂ ਭਾਈ ਕਰਨਾ ਚਾਹੀਦਾ। ਧਾਗੇ ਤਬੀਤ ਆ ਗਾਨੇ ਗੁੱਟਾਂ ਦੇ ਬਣਾਉਣੇ, ਇਹਨਾਂ ਦਾ ਫਿਕਰ ਨਾ ਕਰੋ। ਇਹਨਾਂ ਨੇ ਤੁਹਾਨੂੰ ਕਿਤੇ ਨੇ ਵੀ ਜਾਣੇ, ਜੇ ਬਚਾਉਣਾ ਤਾਂ ਉਹ ਸਤਨਾਮ ਵਾਹਿਗੁਰੂ ਤੇ ਪਰਮੇਸ਼ਰ ਨੇ ਸੇਵਾ ਨਹੀਂ ਬਚਾਉਣਾ ਹੈ। ਗੁਰ ਸੇਵਾ ਮਹਲ ਪਾਈਏ ਜਗ ਦੁੱਤਰ ਤਰੀਏ। ਗੁਰੂ ਦੀ ਸੇਵਾ ਕਰਨ ਦੇ ਨਾਲ ਹੀ ਭਾਈ ਉਹ ਪਰਮੇਸ਼ਰ ਦਾ ਇੱਕ ਸਰੂਪ ਜੀਵ ਬਣ ਜਾਂਦਾ ਹੈ। ਤੇ ਕਹਿੰਦੇ ਸੰਸਾਰ ਸਮੁੰਦਰ ਤੋਂ ਜਿਹੜਾ ਕਿ ਬਹੁਤ ਮੁਸ਼ਕਲ ਕਠਿਨ ਹੈ ਇਸ ਨੂੰ ਤਰਨਾ, ਉਹ ਜੀਵ ਤਰ ਜਾਂਦਾ। ਦ੍ਰਿਸ਼ਟ ਤੇਰੀ ਸੁਖ ਪਾਈਐ ਮਨ ਮਾਹੇ ਨਿਧਾਨਾ,
जाको तुम कृपाल भये सेवक से परवाना। हे परमेश्वर जी, तेरी ਕਿਰਪਾ ਦੇ ਨਾਲ, ਤੇਰੀ ਦ੍ਰਿਸ਼ਟੀ ਦੇ ਨਾਲ ਹੀ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ ਤੇ ਤੇਰੀ ਕਿਰਪਾ ਦੇ ਨਾਲ ਹੀ ਮਨ ਦੇ ਵਿੱਚ ਸਾਰੇ ਖਜ਼ਾਨੇ ਪ੍ਰਾਪਤ ਹੁੰਦੇ ਹਨ। ਜਾਂ ਕੋ ਤੁਮ ਕਿਰਪਾਲ ਭਏ ਸੇਵਕ ਸੇ ਪਰਵਾਨਾ, ਉਹੀ ਸੇਵਕ ਪ੍ਰਵਾਨ ਸੋਭ ਨੀਕ ਬਣਦੇ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਕਿਰਪਾਲੂ ਦਿਆਲੂ ਹੁੰਦੇ ਹੋ। ਅੰਮ੍ਰਿਤ ਰਸ ਹਰ ਕੀਰਤਨੋ को विरला पीवै, वजहो नानक मिलै एक नाम रिद जप जप जीवै। ਇਸ ਕਾਰਨ ਕਰਕੇ ਭਾਈ ਸੰਸਾਰ ਦੇ ਜੀਵੋ ਉਹ ਵਿਰਲੇ ਬਣ ਜਾਵੋ। ਕੌਣ ਕਿਹੜੇ ਵਿਰਲੇ? ਕਹਿੰਦੇ ਅੰਮ੍ਰਿਤ ਰਸ ਹਰ ਕੀਰਤਨੋਂ, ਉਹ ਅੰਮ੍ਰਿਤ ਸਦਾ ਅਮਰ ਰੱਖਣ ਵਾਲਾ, ਅੰਮ੍ਰਿਤ ਰਹਿਣ ਸਦਾ ਅਮਰ ਰਹਿਣ ਵਾਲਾ, ਉਹ ਜਿਹੜਾ ਅੰਮ੍ਰਿਤ ਹੈ ਨਾਮ ਰੂਪੀ ਅੰਮ੍ਰਿਤ ਜਿਹੜਾ 10 ਦੁਆਰ ਤੋਂ ਚੋਂਦਾ, ਉਦਣ ਚੁਣਾ ਉਦਣ ਸ਼ੁਰੂ ਹੋਣਾ ਜਿੱਦਣ ਤੁਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਉਸ ਗੁਰੂ ਨਿਰੰਕਾਰ ਵਾਹਿਗੁਰੂ ਦੇ ਧੀਆਂ ਪੁੱਤਰ ਬਣ ਗਏ ਭਾਈ। ਉਦਣ ਫਿਰ ਜਾਗ ਲੱਗ ਜਾਣਾ, ਤੁਸੀਂ ਨਾਮ ਦਾ ਮੰਦਾਣਾ ਪਾ ਪਾ ਕੇ ਰੜਕ ਰੜਕ ਕੇ ਉੱਥੋਂ ਫਿਰ ਅੰਮ੍ਰਿਤ ਛਕੋਗੇ। ਤਾਂ ਕਹਿੰਦੇ ਵੀ ਦੇਖੋ ਉਹ ਕੋਈ ਵਿਰਲੇ ਨੇ ਦੁਸ ਸੰਸਾਰ ਦੇ ਉੱਤੇ ਜਿਹੜੇ ਫਿਰ ਉਹ ਮੰਦਾਣਾ ਪਾ ਕੇ ਉਸ ਪਰਮੇਸ਼ਰ ਦੀ ਕਿਰਪਾ ਦੇ ਨਾਲ ਉਹ ਵਿਰਲੇ ਜਗ ਮੈਂ ਉੱਤਮ ਕਾਢੀਏ ਵਿਰਲੇ ਕਹੀ ਕੇ ਕਹਿੰਦੇ ਉਹ ਵਿਰਲੇ ਬਣ ਜਾਂਦੇ ਨੇ। ਤੇ ਵਿਰਲੇ ਫਿਰ ਪਰਮੇਸ਼ਰ ਦੀ ਕੀਰਤੀ, ਪਰਮੇਸ਼ਰ ਦੀ ਉਸਤਤ, ਪਰਮੇਸ਼ਰ ਦੀ ਵਡਿਆਈ, ਪਰਮੇਸ਼ਰ ਦਾ ਨਾਮ ਜਪ ਜਪ ਕੇ ਥੱਕਦੇ ਹੀ ਨਹੀਂ, ਦਿਨ ਰਾਤ ਇੱਕ ਕਰ ਦਿੰਦੇ ਹਨ। ਮੈਂ ਇੱਕ ਸੰਤ ਮਹਾਤਮਾ ਦੀ ਬੜੇ ਪੁਰਾਣੇ ਦੀ ਗੱਲ ਸੀ, ਉਹ ਕਿਤੇ ਸੇਵਾ ਆਖਣ ਲੱਗੇ, ਮਹਾਰਾਜ ਵੀ ਤੁਸੀਂ ਇੱਥੇ ਬੈਠੇ ਰਹਿੰਦੇ ਹੋ, ਕਦੀ ਮੰਜੇ ਤੇ ਬੈਠੇ ਨਹੀਂ ਲਾਈ। ਆਖਣ ਲੱਗੇ 9 ਸਾਲ ਮੰਜੇ ਦੇ ਉੱਤੇ ਸੌਂ ਕੇ ਨਹੀਂ ਦੇਖਿਆ। ਇੰਨਾ ਕਹਿੰਦੇ ਮਨ ਦੇ ਵਿੱਚ ਉਸ ਪਰਮੇਸ਼ਰ ਦੇ ਮਿਲਣ ਦਾ ਵਿਰਾਗ ਹੈ। ਉਹ ਪਰਮੇਸ਼ਰ ਨੇ ਐਡੀ ਕਿਰਪਾ ਕਰਤੀ 9 ਸਾਲ ਕਹਿੰਦੇ ਮੰਜੇ ਨੂੰ ਪਿੱਠ ਨਹੀਂ ਲਾਈ। ਇਹ ਚੀਜ਼ਾਂ ਹੁੰਦੀਆਂ ਕੀਤੀਆਂ ਜਾ ਸਕਦੀਆਂ ਨੇ ਔਰ ਅੱਜ ਵੀ ਗੁਰਮੁਖ ਕਰ ਰਹੇ ਹਨ। ਕਹਿੰਦੇ ਇਸ ਕਰਕੇ ਅੰਮ੍ਰਿਤ ਰਸ ਹਰ ਕੀਰਤਨੋਂ ਵਡਿਆਈ ਉਸਤਤ ਸਤਿਗੁਰ ਦੀ ਹਰ ਵੇਲੇ ਸਵਾਸ ਸਵਾਸ ਸਿਮਰਨ ਉਸ ਦਾ ਕੋਈ ਵਿਰਲਾ ਹੀ ਭਾਈ ਉਹ ਅੰਮ੍ਰਿਤ ਪੀ ਰਿਹਾ ਹੈ। ਵਜੋ ਨਾਨਕ ਮਿਲੇ ਏਕ ਨਾਮ, ਕਹਿੰਦੇ ਰਿਦ ਜਪ ਜਪ ਜੀਵੈ। ਵਜੋ ਕਹਿੰਦੇ ਹੁੰਦੇ ਆ ਵਜੀਫਾ ਜਾਂ ਤਨਖਾਹ। ਜਿਹੜੇ ਫਿਰ ਉਹ ਹਰ ਵੇਲੇ ਨਾਮ ਜਪਦੇ ਨੇ ਭਾਈ, ਉਹ ਨਾਮ ਦੀ ਕਿਰਪਾ ਦੇ ਨਾਲ ਉਹਨਾਂ ਨੂੰ ਸਾਰੇ ਖਜ਼ਾਨੇ ਸੁੱਖ ਆਨੰਦ ਪਰਮੇਸ਼ਰ ਵੱਲੋਂ ਮੁਕਤੀ ਦਾ ਦਰ ਪ੍ਰਾਪਤ ਹੋ ਜਾਂਦਾ ਭਾਈ। ਉਹ ਨਾਮ ਨੂੰ ਜਪਦੇ ਰਹਿੰਦੇ ਨੇ ਔਰ ਹਰ ਵੇਲੇ ਉਸ ਪਰਮੇਸ਼ਰ ਦਾ ਨਾਮ ਹਿਰਦੇ ਦੇ ਵਿੱਚ ਟਿਕਾ ਕੇ ਜਪ ਜਪ ਕੇ ਹੀ ਇਹ ਸੰਸਾਰ ਦੇ ਉੱਤੇ ਜਿਉਂਦੇ ਹਨ ਔਰ ਆਪਣੀ ਵਡਿਆਈ ਵੀ ਕਿਤੋਂ ਨਹੀਂ ਉਹ ਟੋਲਣੀ ਕਰਦੇ, ਨਾ ਹੀ ਨਾਵਾਂ ਦੇ ਨਾਲ ਤਖੱਲਸ ਲਾਉਂਦੇ ਨੇ। ਉਹ ਗੁਰਮੁਖ ਪਿਆਰੇ ਇਹ ਅੱਜ ਵੀ ਇਹ ਸੰਸਾਰ ਦੇ ਉੱਤੇ ਹਨ। ਬਸ ਟੋਲਣ ਦੀ ਜ਼ਰੂਰਤ ਹੈ, ਭਰੋਸਾ ਹੀ ਰੱਖਣ ਦੀ ਜ਼ਰੂਰਤ ਹੈ ਉਹਨਾਂ ਦੇ ਉੱਤੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿੱਥੇ ਆਪ ਨਿਰੰਕਾਰ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਉਸ ਪਰਮੇਸ਼ਰ ਦਾ ਰੂਪ ਬਣਾਉਣ ਦਾ ਗਿਆਨ ਦਿੰਦੇ ਹਨ ਭਾਈ। ਸਾਡੀ ਅਰਦਾਸ ਵੀ ਕਰਿਓ, ਸਾਨੂੰ ਵੀ ਨਿਰੰਕਾਰ ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾ ਕੇ ਆਪ ਜੀ ਦੇ ਚਰਨਾਂ ਦੇ ਭੋਰੇ ਬਣਾ ਕੇ ਰੱਖਣ। ਸਤਿਗੁਰ ਸੱਚੇ ਪਾਤਸ਼ਾਹ ਦੀ ਸੇਵਾ ਦਾ ਅਸੀਂ ਹਰ ਵਾਰੀ ਆਪ ਜੀ ਨੂੰ ਇਹ ਬੇਨਤੀ ਕਰੀਦੀ ਆ ਭਾਈ, ਆਪ ਸੁਣੋ, ਜੇ ਨਹੀਂ ਸੁਣਨ ਦਾ ਟਾਈਮ ਹੈਗਾ ਕਿਸੇ ਹੋਰ ਨੂੰ ਭੇਜ ਦਿਓ, ਸ਼ਾਇਦ ਉਹਦਾ ਭਲਾ ਹੋ ਜਾਵੇ। ਪਰ ਮਨ ਦੇ ਵਿੱਚ ਇਹ ਖਿਆਲ ਨਾ ਕਰਿਆ ਕਰੋ ਚਲੋ ਕੋਈ ਨਹੀਂ ਅੱਜ ਕਥਾ ਹੋਰ ਆ ਗਈ ਆ ਏਦਾਂ ਹੀ ਨਿਗਾ ਦਿੰਦੇ ਆ। ਨਹੀਂ, 2 ਮਿੰਟ ਦਾ ਜਿਹੜੀ ਤੁਹਾਡੀ ਸੇਵਾ ਹੈ ਇਹ ਦਰਗਾਹ ਦੇ ਵਿੱਚ ਪ੍ਰਵਾਨ ਹੋਣੀ, ਮੇਰੇ ਉੱਤੇ ਭਰੋਸਾ ਰੱਖਿਓ। ਅਸੀਂ ਤਾਂ ਇਹ ਬਚਨ ਕਰਦੇ ਕਿਉਂਕਿ ਸਾਨੂੰ ਗੁਰੂ ਤੇ ਭਰੋਸਾ ਬਹੁਤ ਹੈ। ਭਰੋਸਾ ਇੰਨਾ ਆ ਕਿ ਜੋ ਬਚਨ ਸਤਿਗੁਰ ਸੱਚੇ ਪਾਤਸ਼ਾਹ ਜੀ ਕਢਾਉਂਦੇ ਨੇ ਉਹ ਨਿਰੰਕਾਰ ਦੇ ਡਰ ਭੈ ਦੇ ਵਿੱਚ ਹੀ ਆਪ ਜੀ ਦੇ ਕੋਲ ਕਰੀਦੇ ਨੇ। ਹੋਈਆਂ ਭੁੱਲਾਂ ਚੁੱਕਾਂ ਦੇ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।